ਸਾਹਿਬ ਜੀ ਕਵਿਤਾ। ਬਿਦ ਸੇ ਵੈਰਾਗ ਪ੍ਰਦ ਹਰ ਸੇ ਗਿਆਨ ਪਾਲ। ਸ਼ਿਵ ਸੇਖ ਕਾਰਨਾਥ ਸਤਿਗੁਰ ਦਾਸ ਕੇ। ਸੀਤ ਕਰ ਜੈਸ ਸੀਤ ਕਰ ਸੁਖ ਸ਼ਾਂਤ ਸ਼ਗਨ ਤੇ। ਤਿਮਰ ਹਰਨ ਤੇ ਕਮਰ ਮੋਹ ਪਾਸ ਤੇ। ਕਵਿਤਾ। ਬਿਦ ਸੇ ਵੈਰਾਗ ਪ੍ਰਦ ਹਰ ਸੇ ਗਿਆਨ ਪਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਚਾਵਰ ਛਤਰ ਤਖਤ ਦੇ ਮਾਲਕ ਗੁਰਤਾ ਕਦੇ ਤੇ ਸ਼ੁਭਾਇਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤਲਣ ਵਿਖੇ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹਾਂ। ਸਜੇ ਹੋਏ ਦੀਵਾਨਾਂ ਵਿੱਚ ਰੱਬੀ ਬਾਣੀ ਦੇ ਕੀਰਤਨ ਔਰ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਸਤਿਗੁਰਾਂ ਦੇ ਅਸਥਾਨਾਂ ਦੇ ਉੱਤੇ ਚੱਲ ਰਹੇ ਨਿਯਮ ਦੇ ਮੁਤਾਬਕ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿੱਚ ਹਾਜ਼ਰੀਆਂ ਲਵਾ ਰਹੇ ਹਾਂ। ਚੁੱਲਾਮਣੀ ਕਵੀ ਭਾਈ ਸੰਤੋਖ ਸਿੰਘ ਜੀ, ਉਹਨਾਂ ਨੇ ਜੋ ਆਪਣੀ ਪਵਿੱਤਰ ਕਲਮ ਤੋਂ ਸਤਿਗੁਰੂ ਵੱਲੋਂ ਬਖਸ਼ੀ ਹੋਈ ਬੁੱਧ ਦੇ ਦੁਆਰਾ ਸਤਿਗੁਰੂ ਸਾਹਿਬ ਜੀ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਪ੍ਰਕਾਸ਼ ਜਗਤ ਗੁਰੂ ਸਤਿਗੁਰੂ ਨਾਨਕ ਦੇਵ ਜੀ ਦੀ ਜੀਵਨ ਕਥਾ ਨੂੰ ਲਿਖਿਆ ਹੈ, ਚਿਤਰਿਆ ਹੈ, ਸੁੰਦਰ ਛੰਦਾਬੰਦੀ ਵਿੱਚ ਅੰਕਿਤ ਕੀਤਾ ਹੈ। ਇਸ ਨੂੰ ਆਪਾਂ ਲਗਾਤਾਰ ਲੜੀਵਾਰ ਸਰਵਣ ਕਰਦੇ ਆ ਰਹੇ ਹਾਂ। ਸਤਿਗੁਰੂ ਸਾਹਿਬ ਜੀ ਦਾ ਆਗਮਨ ਰਾਏ ਭੋਏ ਦੀ ਤਲਵੰਡੀ ਪਿਤਾ ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਦੇ ਘਰ ਹੋਇਆ। ਸਤਿਗੁਰੂ ਜੀ ਦੇ ਜਨਮ ਦੀਆਂ ਬਹੁਤ ਖੁਸ਼ੀਆਂ ਮਨਾਈਆਂ ਗਈਆਂ। ਵੇਦੀ ਕੁਲ ਦਾ ਜਿਹੜਾ ਪੰਡਿਤ ਹਰਦਿਆਲ ਸੀ, ਉਸ ਨੂੰ ਲਗਨ ਮੂਰਤ ਸੋਧਣ ਵਾਸਤੇ ਬੁਲਾਇਆ ਗਿਆ। ਜਨਮ ਪੱਤਰੀ ਬਣਵਾਈ ਗਈ ਔਰ ਇਸੇ ਤਰ੍ਹਾਂ ਪੰਡਿਤ ਜੀ ਨੇ 13ਵੇਂ ਦਿਨ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮਕਰਨ ਕੀਤਾ, ਨਾਮ ਨਾਨਕ ਰੱਖਿਆ। ਪਿਤਾ ਮਹਿਤਾ ਕਾਲੂ ਜੀ ਕਹਿਣ ਲੱਗੇ ਕਿ ਪੰਡਿਤ ਜੀ, ਇਹ ਜਿਹੜਾ ਨਾਮ ਹੈ ਇਹ ਹਿੰਦੂ ਤੇ ਮੁਸਲਮਾਨਾਂ ਦਾ ਦੋਵਾਂ ਦਾ ਰਲਵਾਂ ਜਿਹਾ ਨਾਮ ਲੱਗਦਾ। ਤੁਸੀਂ ਕੋਈ ਇਸ ਤਰ੍ਹਾਂ ਦਾ ਨਾਮ ਰੱਖੋ ਜਿਸ ਨਾਂ ਦੇ ਨਾਲ ਜਾਣਿਆ ਜਾਵੇ ਵੀ ਇਹ ਖੱਤਰੀਆਂ ਦੀ ਕੁਲ ਦਾ ਪੁੱਤਰ ਹੈ, ਹਿੰਦੂਆਂ ਵਾਲਾ ਸ਼ੁੱਧ ਨਾਮ। ਤੇ ਉਸ ਵੇਲੇ ਇਹ ਪੰਡਿਤ ਹਰਦਿਆਲ ਜੀ ਨੇ ਨਾਨਕ ਸ਼ਬਦ ਦੇ ਅਰਥ ਵੀ ਕਰਕੇ ਦੱਸੇ। ਆਖਿਆ ਮੈਂ ਬਹੁਤ ਸੋਚ ਵਿਚਾਰ ਕੇ ਇਹ ਨਾਮ ਰੱਖਿਆ ਹੈ ਔਰ ਜਿਸ ਤਰ੍ਹਾਂ ਦੇ ਤੁਹਾਡੇ ਬਾਲਕ ਦੇ ਲੱਛਣ ਹੈ, ਇਹ ਬਾਲਕ ਕੋਈ ਆਮ ਬਾਲਕ ਨਹੀਂ ਹੈ। ਇਹ ਪਾਰਬ੍ਰਹਮ ਪਰਮੇਸ਼ਰ ਦਾ ਅਵਤਾਰ ਹੈ, ਰੱਬੀ ਰੂਹ ਹੈ, ਕੋਈ ਰਾਜਾ ਮਹਾਰਾਜਾ ਹੈ। ਇਹਦੇ ਜਿਹਨ ਚੱਕਰ ਮੈਨੂੰ ਦੱਸਦੇ ਹਨ ਕਿ 32 ਸਲੰਕਣਾ ਹੈ ਔਰ ਇਸ ਪ੍ਰਕਾਰ ਇਹ ਤਿੰਨਾਂ ਲੋਕਾਂ ਦਾ ਮਾਲਕ ਹੋਵੇਗਾ। ਤਿੰਨੇ ਲੋਕਾਂ ਦੇ ਜੀਵ ਜੰਤੂ ਮਨੁੱਖ ਨਰ ਨਾਰੀ ਸਭ ਇਹਨਾਂ ਦੇ ਅੱਗੇ ਨਤਮਸਤਕ ਹੋਣਗੇ, ਇਹਨਾਂ ਦਾ ਨਾਮ ਜਪਣਗੇ। ਨਾਨਕ ਸ਼ਬਦ ਦਾ ਅਰਥ ਕਰਕੇ ਦੱਸਿਆ ਕਿ ਨਾ ਅਨ ਅਕ, ਉਹ ਪੁਰਖ ਜਿਸ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ, ਬਲਕਿ ਇਹ ਤਾਂ ਸਾਰੀ ਲੋਕਾਈ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੋਵੇਗਾ। ਇਉਂ ਪੰਡਿਤ ਹਰਦਿਆਲ ਜੀ ਸਤਿਗੁਰੂ ਸਾਹਿਬ ਜੀ ਦਾ ਨਾਮਕਰਨ ਕਰਕੇ ਆਪਣੇ ਘਰ ਚਲੇ ਗਏ। ਜਾਂਦੇ ਜਾਂਦੇ ਰਸਤੇ ਵਿੱਚ ਵਿਚਾਰਾਂ ਕਰਦੇ ਜਾਂਦੇ ਆ, ਮੇਰੀ ਉਮਰ ਬਹੁਤ ਹੋ ਗਈ ਆ, ਨਦੀ ਕਿਨਾਰੇ ਰੁਖੜਾ ਹਾਂ, ਪਤਾ ਨਹੀਂ ਕਿਹੜੇ ਵੇਲੇ ਪ੍ਰਮਾਤਮਾ ਵੱਲੋਂ ਸਦਾ ਆ ਜਾਵੇ। ਪਰ ਮੇਰੇ ਮਨ ਦੀ ਭਾਵਨਾ ਹੈ ਕਿ ਜਿਸ ਵੇਲੇ ਇਹ ਬਾਲਕ ਰੂਪ ਦੇ ਵਿੱਚ ਹਨ, ਹੁਣ ਤਾਂ ਇਹ ਜਵਾਨ ਹੋਣਗੇ, ਬੋਲਣ ਲੱਗਣਗੇ, ਸੰਗਤਾਂ ਨੂੰ ਤਾਰਨ ਲੱਗਣਗੇ, ਕਿਤੇ ਮੈਂ ਵੀ ਇਹਨਾਂ ਦੇ ਦਰਸ਼ਨ ਕਰ ਸਕਾਂ। ਮੈਨੂੰ ਇਸ ਤਰ੍ਹਾਂ ਸਮਾਂ ਬਖਸ਼ ਦੇਣ ਕਿ ਅੰਤਰਜਾਮੀ ਹੋਣ ਦਾ, ਔਰ ਜਿਸ ਕਰਕੇ ਮੇਰਾ ਵੀ ਉਧਾਰ ਹੋ ਜਾਵੇ। ਇਹਨਾਂ ਤੋਂ ਉਪਦੇਸ਼ ਲੈ ਕੇ ਮੈਂ ਵੀ ਆਪਣੇ ਜਨਮ ਮਰਨ ਨੂੰ ਕੱਟ ਸਕਾਂ।
इत्यादि विचार करते हुए पंडित जी अपने घर चले गए। इधर दान पुण्य की निरंतर धारा सतगुरु साहब जी के आगमन की खुशी में, पुत्र के आगमन की खुशी में पिता मेहता कालू जी चला रहे हैं। कितों तक आप इतिहास सुनिया, आओ अगे जिमें अज पंजवां अध्याय आ रहा है सतगुरु जी की बाल लीला। बचपन में कैसे विलास करते, कैसे कौतुक करते हैं, प्यार नाल श्रवण करिए। सतनाम श्री वाहिगुरु साहिब जी कविता देत से वैराग प्रद हर से ज्ञान पाल। कवि जी पहला सतगुरु साहब जी का मंगल महिमा करते हैं, एक शब्द उचार के, एक कविता उचार के। कवि जी कहते हैं वेद से वैराग प्रद। सतगुरु नानक देव महाराज सच्चे पातशाह कहते ब्रह्मा वर्गे वैराग बख्शण वाले हैं। जिवें ब्रह्मा को मन्निया जाता है कि उन्हें बहुत वैराग की गल की है, बड़े वैराग के वचन उन्होंने कथन किए हैं। इस प्रकार सतगुरु साहब जी ब्रह्मा के वांगर ही वैराग पैदा करने वाले हैं। वैराग की है साध संगत जी, वैराग में कई किस्म हैं। एक तो आम वैराग है, दूसरा तीव्र वैराग है, और एक तर तीव्र तर तम वैराग है जो उत्तम किस्म का वैराग। होर भी कई किस्म गधा वैराग, घोड़ा वैराग इत्यादि विद्वानों ने आखिया। और सब तो जो उत्तम किस्म का वैराग है तर तीव्र तर तम वैराग। ये की होगा कि संसार तो लैके ब्रह्मलोक तक, इंद्रलोक तक जिन्नियां भी वस्तुआं, जिन्ने भी पदार्थ है, उन्होंने सारे तो मन का उपराम हो जाना, मन का रागी हो जाना। उन्होंने काक विष्ट समझावन, जिवें ਕਾਂ की निष्ठा होंदी है, ਕਾਂ की विठ वांगू व्यर्थ जाना, उन्होंने नफरत हो जानी उन्होंने नाल। या जिवें किसी मनुख ने कै उल्टी कर दी होवे, उस तो नफरत करते हैं आपां। सो इस प्रकार इस ब्रह्म मातलोक तो लैके इंद्रलोक तक जिन्ने भी पदार्थ है सारे तो मन का उकता जाना, इनू वैराग कहते हैं। कहते जिवें ब्रह्मा नूं वैराग का प्रदान करने वाला मन्निया, इस प्रकार सतगुरु नानक देव महाराज वो वैराग प्रदान करने वाले है, वैराग बख्शिश करने वाले है, पदार्थों को निर्लेप करने वाले हैं सिखा। हर से ज्ञान पाल, हर नाम हरि नाम विष्णु का। जिवें विष्णु को मन्निया गया ज्ञान का देवता है, वो ज्ञान की बख्शिश भी करता है तो ज्ञान पाल बख्श के उन्होंने दे ही रखता, वापस नहीं लेता, उसकी पालना भी करता है। सो इस प्रकार सतगुरु नानक देव महाराज की महिमा करते हैं कि ब्रह्मा वर्गे वैराग बख्शण वाले ते विष्णु वर्गे ज्ञान प्रदान करने वाले हैं। शिव सेवकार नाथ सतगुर दास के। और सेवक भगवान जिन्हों की ड्यूटी लोगों को मारन दी है, खत्म करन दी है, मौत का देवता मन्निया गया है। जिवें कहते शिव जी मारता है, खत्म करता है, लैता करता है। एक संसारी, एक भंडारी, एक लाए दी बाण, जिन्हों लैता करन दी बाण है, आदत है, सुभाव है, ड्यूटी है, जिम्मेवारी है। सो जिवें ब्रह्मा कहते मारता है, इस तरह सतगुरु जी भी मारते किनू विकार नाश सतगुर दास के। ਜਿਹੜੇ सतगुरु जी के दास सेवक बन जाते हैं, उन्होंने विकारां नूं, उन्होंने विषयां नूं मारते हैं। शीतकार जैसे शीतकार शिव शगन ते। शीतकार नाम है चंद्रमा का, शीतल करने वाला, ठंड पाने वाला। जिवें चंद्रमा वो शीतकार ठंड पाउंदा है, शांति प्रदान करता अपनी ठंडियां किरणां दे नाल। इस प्रकार सतगुरु सच्चे पातशाह जी विषय विकारां दी अगन तो ठंड बख्शण वाले हैं। तिमर हरण सहित मर मोह फास के। और इसी प्रकार जिहड़ा अज्ञानता रूपी हनेरा है, उस नूं सतगुर सच्चे पातशाह जी जिवें तिमर हरण सूरज है, ਉਹਦੀ ਧੁੱਪ ਦੇ ਨਾਲ, ਉਹਦੇ ਚਾਨਣੇ ਦੇ ਨਾਲ ਹਨੇਰਾ दूर हो जाता।
ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਨਾਲ, ਗਿਆਨ ਨਾਲ, ਚਾਨਣੇ ਦੇ ਨਾਲ ਜਿਹੜਾ ਮੋਹ ਆਦਿਕ ਦੀਆਂ ਫਾਂਸੀਆਂ ਦਾ ਹਨੇਰਾ ਹੈ, ਬੰਧਨ ਰੂਪ ਹੈ, ਉਹ ਮੋਹ ਦਾ ਹਨੇਰਾ, ਅਗਿਆਨਤਾ ਦਾ ਹਨੇਰਾ ਵੀ ਦੂਰ ਹੁੰਦਾ ਹੈ। ਧੰਨ ਹਿਰਦੈ ਸ਼ੁੱਧ ਮਦ ਦੀਪਕ ਦੀਪਕ ਪੈ। ਕਿਸੇ ਜਿਵੇਂ ਘਰ ਦੇ ਵਿੱਚ ਦੀਵਾ ਜਗਦਾ ਹੈ ਤੇ ਉਹ ਦੀਵੇ ਦੀ ਲਾਟ, ਦੀਵੇ ਦਾ ਚਾਨਣਾ ਹੁੰਦਾ ਹੈ। ਮਾਇਆ ਪੇਨਾ ਦੀਪ ਕੋ ਦਿਖਾਵਾ ਸੋ ਪ੍ਰਕਾਸ਼ ਇਸੇ ਕੇ। ਪ੍ਰਕਾਰ ਸਤਿਗੁਰੂ ਸਾਹਿਬ ਜੀ ਉਹ ਦੀਵੇ ਦੀ ਨਿਆਈ ਹੈ, ਜਿਵੇਂ ਦੀਵਾ ਚਾਨਣਾ ਕਰ ਦਿੰਦਾ ਨਾ, ਇਸੇ ਤਰ੍ਹਾਂ ਸਤਿਗੁਰੂ ਜੀ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਚਾਨਣਾ ਕਰਕੇ ਇਹ ਦਿਖਾ ਦਿੰਦੇ ਆ ਮਾਇਆ ਕੀ ਹੈ ਤੇ ਜੀਵ ਕੀ ਹੈ, ਇਹ ਵੱਖ ਕਿਵੇਂ ਹੈ ਦੋਵੇਂ ਚੀਜ਼ਾਂ। ਆਪਾਂ ਤਾਂ ਸਭ ਨੂੰ ਇੱਕੋ ਹੀ ਮੰਨਦੇ ਆ। ਮਾਇਆ ਦਾ, ਅਗਿਆਨਤਾ ਦਾ ਹਨੇਰਾ ਪਰਦਾ ਦੂਰ ਕਰਕੇ ਜੀਵ ਨੂੰ ਆਪਣਾ ਰੂਪ ਦਿਖਾ ਦਿੰਦੇ ਹਨ, ਵੱਖਰਾ ਵੱਖਰਾ ਕਰਕੇ। ਚਰਨ ਸ਼ਰਨ ਕਰ ਪਰਨ ਹਰਨ ਡਰ। ਜਿਹੜੇ ਵੀ ਕੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਸ਼ਰਨ ਨੂੰ ਤੱਕ ਕੇ ਉਹਦਾ ਆਸਰਾ ਤੱਕ ਲੈਂਦੇ ਆ, ਹਰਨ ਡਰ, ਉਹਨਾਂ ਦੇ ਹਰ ਪ੍ਰਕਾਰ ਦੇ ਡਰਾਂ ਨੂੰ ਹਰਨ ਵਾਲੇ, ਨਾਸ਼ ਕਰਨ ਵਾਲੇ ਹਨ। ਤਾਰਨ ਤਰਨ ਅਰਨਵ ਪਵਨਾਸ਼ ਕੇ। ਔਰ ਇਸ ਤਰ੍ਹਾਂ ਸੰਸਾਰ ਰੂਪੀ ਜਿਹੜਾ ਸਮੁੰਦਰ ਹੈ ਡੋਬਣ ਵਾਲਾ, ਇਹਦੇ ਵਿੱਚ ਸਤਿਗੁਰੂ ਜੀ ਤਾਰਨ ਦੇ ਵਾਸਤੇ ਤਰਨ ਕਹੀਏ ਜਹਾਜ਼ਵਤ ਹਨ। ਸ੍ਰੀ ਬਾਲਾ ਸੰਦਰਵਾਚ। ਸ਼ੋਭਾ ਵਾਲੇ ਗੁਰੂ ਕੇ ਸਿੱਖ ਭਾਈ ਬਾਲਾ ਸੰਧੂ ਜੀ ਉਹ ਵਿਖਿਆਨ ਕਰਦੇ ਹਨ, ਸੁਣਾ ਰਹੇ ਹਨ ਕਥਾ ਗੁਰੂ ਅੰਗਦ ਦੇਵ ਜੀ ਨੂੰ। ਦੋਹਰਾ ਪਲਣਾ ਪਲਣਾ ਪਰ ਕਢਾਵਈ। ਮਾਤਾ ਤ੍ਰਿਪਤਾ ਜੀ ਆਪਣੇ ਛੋਟੇ ਜਿਹੇ ਬਾਲ ਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਾਲਣਾ ਪਰ ਪੜ੍ਹਾ ਗਈ। ਘੂੜੇ ਦੇ ਉੱਤੇ ਮਾਤਾ ਜੀ ਉਹਨਾਂ ਨੂੰ ਝੂਟੇ ਦਿੰਦੇ ਹਨ। ਲਲਨਾ ਦੇ ਅੰਕ। ਔਰ ਕਿਤੇ ਕਿਤੇ ਲਲਨ ਲਾੜ ਪਿਆਰ ਦੇ ਬਚਨ ਕਰਕੇ, ਲਾੜ ਦੁਲਾਰ ਕਰਕੇ ਉਹਨਾਂ ਨੂੰ ਫਿਰ ਚੁੱਕ ਕੇ ਗੋਦੀ ਦੇ ਵਿੱਚ ਲੈ ਲੈਂਦੇ ਹਨ। ਲਾਲਤ ਮਾਤ ਵਿਸਾਲ ਹਿਤ। ਔਰ ਇਸ ਪ੍ਰਕਾਰ ਮਾਤਾ ਜੀ ਬੜਾ ਹਿਤ ਕਰਕੇ, ਬੜਾ ਪ੍ਰੇਮ ਕਰਕੇ ਲਾਡ ਲਡਾਉਂਦੇ ਹਨ। ਸੁੰਗਤ ਬਦਨ ਮਿਅੰਕਾ। ਸਤਿਗੁਰੂ ਪਾਤਸ਼ਾਹ ਜੀ ਦਾ ਸੁੰਦਰ ਮੁਖ ਜਿਹੜਾ ਕਮਲ ਵਰਗਾ ਹੈ ਉਹਨੂੰ ਚੁੰਮਦੇ ਹਨ। ਚੌਪਈ ਆਨਨ ਆਰਨ ਜਾਤ ਨਿਹਾਰੀ। ਆਪਣੇ ਪੁੱਤਰ ਦਾ ਆਨੰਦ ਕਹੀਏ ਚਿਹਰਾ ਮੁਖਾਰਬੰਦ ਜਿਹੜਾ ਕਮਲਾ ਵਰਗਾ, ਉਹਨੂੰ ਬੜੇ ਗਹੁ ਦੇ ਨਾਲ ਨਿਹਾਰਦੇ, ਤੱਕਦੇ ਹਨ ਪਿਆਰ ਨਾਲ। ਲੀਲ ਲਲਤਨ ਆਰਤਹਾਰੀ। ਜਿਨ੍ਹਾਂ ਦੀਆਂ ਲੀਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਐਸੀਆਂ ਸੁੰਦਰ ਹਨ ਕਿ ਆਰਤਹਾਰੀ, ਦੁੱਖਾਂ ਨੂੰ ਵੀ ਨਾਸ਼ ਕਰਨ ਵਾਲੀਆਂ ਹਨ। ਲੋਚਨ ਅਮਲ ਕਮਲ ਦਲ ਜੈਸੀ। ਔਰ ਸਤਿਗੁਰੂ ਜੀ ਦੇ ਨੇਤਰ, ਉਹਨਾਂ ਦੀ ਮਹਿਮਾ ਕਵੀ ਜੀ ਨੇ ਕੀਤੀ ਹੈ ਕਿ ਸਤਿਗੁਰੂ ਜੀ ਦੇ ਨੈਣ ਨੇਤਰ ਜਿਹੜੇ ਅੱਖਾਂ ਨਾ, ਉਹ ਜਿਵੇਂ ਕਮਲ ਹੁੰਦਾ, ਬੜਾ ਸਾਫ ਸ਼ਵਾਸ਼ ਕਮਲ, ਮਲ ਤੋਂ ਰਹਿਤ, ਉਹਦੇ ਪੱਤੇ ਹੁੰਦੇ ਆ, ਕਮਲ ਦੀਆਂ ਪੱਤੀਆਂ ਚੌੜੀਆਂ ਚੌੜੀਆਂ ਹੁੰਦੀਆਂ, ਚਿੱਟੇ ਰੰਗ ਵਾਲੀਆਂ। ਸੋ ਕਹਿੰਦੇ ਇਸ ਪ੍ਰਕਾਰ ਸਤਿਗੁਰੂ ਜੀ ਦੇ ਚੌੜੇ ਚੌੜੇ ਨੇਤਰ ਹਨ। ਨਾਸਾ ਦਿਲ ਪਰਸੂਨ ਨਹਿ ਵੈਸੀ। ਔਰ ਨਾਸਾ, ਨੱਕ ਜਿਹੜਾ ਉਹ ਸਾਧ ਸੰਗਤ ਜੀ ਜਿਵੇਂ ਤਿਲਾਂ ਦਾ ਬੂਟਾ, ਉਹਦੇ ਉੱਤੇ ਫੁੱਲ ਲੱਗਿਆ ਹੁੰਦਾ ਚਿੱਟੇ ਰੰਗ ਦਾ, ਬੜਾ ਤਿੱਖਾ ਜਿਹਾ ਫੁੱਲ ਹੁੰਦਾ। ਕਹਿੰਦੇ ਉਹਦੇ ਨਾਲ ਮੈਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨੱਕ ਨੂੰ ਉਪਮਾ ਨਹੀਂ ਦੇ ਸਕਦਾ। ਸਤਿਗੁਰੂ ਜੀ ਦਾ ਨੱਕ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਹੈ। ਸੁੰਦਰ ਅਲੰਕਾਰ ਕਰਵਾਈ। ਬਹੁਤ ਹੀ ਸੁੰਦਰ ਅਲੰਕਾਰ ਗਹਿਣੇ ਜਿਹੜੇ ਕਢਵਾਏ ਮਾਤਾ ਜੀ ਨੇ। ਬਿਨ ਦੋਕਨ ਕੇ ਭੁੱਖਣ ਪਾਏ। ਸਤਿਗੁਰੂ ਜੀ ਜਿਹੜੇ ਬਿਨਾਂ ਕਿਸੇ ਦੋਸ਼ ਤੋਂ ਹਨ, ਉਹਨਾਂ ਨੂੰ ਇਹ ਭੂਖਣ ਗਹਿਣੇ ਪਹਿਨਾ ਦਿੱਤੇ। ਬੜੀ ਬਾਜਰੀ ਕਿੰਕਰ ਚਾਰੀ। ਔਰ ਬੜੀ ਹੀ ਸੁੰਦਰ ਜਿਹੜੀ ਤੜਾਗੀ ਹੈ, ਬਾਜਨੀ ਕੀ ਵੱਜਣ ਵਾਲੀ, ਭਾਵ ਘੁੰਗਰੂਆਂ ਵਾਲੀ। ਕਨ ਮੈਂ ਪਾਈ ਅਤ ਸ਼ਬ ਸਵਾਰੀ। ਲੱਕ ਦੇ ਵਿੱਚ ਪਾਈ, ਲੱਕ ਦੇ ਨਾਲ ਬੰਨੀ ਹੋਈ ਹੈ, ਜਿਹੜੀ ਬੜੀ ਸ਼ੋਭਾ ਵਾਲੀ, ਕ੍ਰਾਂਤੀ ਵਾਲੀ, ਜੋਤੀ ਵਾਲੀ ਹੈ। ਪਰ ਮੈਂ ਕਟ ਪਦ ਨੂੰ ਪਦ ਸੋ ਹੈ। ਹੱਥਾਂ ਦੇ ਵਿੱਚ ਕੜੇ ਕੰਗਣ ਪਾਏ ਹੋਏ ਹੈ ਔਰ ਪਦ ਨੂਪੁਰ ਸੋ ਹੈ। ਪੈਰਾਂ ਦੇ ਵਿੱਚ ਜਿਹੜੇ ਪੌਂਟੇ ਸ਼ੋਭਾ ਪਾਉਂਦੇ ਹਨ। ਜੋ ਦੇਖੇ ਤਿਸ ਕੋ ਮਨ ਮੋਹੈ। ਜਿਹੜਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੇਖਦਾ ਹੈ, ਦਰਸ਼ਨ
ਦਰਸ਼ਨ ਕਰਦਾ ਹੈ, ਉਹਦਾ ਮਨ ਮੋਹਿਤ ਕਰਦੇ ਹਨ। ਤੋਏ ਦੇ ਦਰਸ਼ਨ ਅਦਰ ਦੁਤ ਹੋਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੋਵੇਂ ਸੁੰਦਰ ਬੁੱਲ੍ਹਾਂ ਦੇ ਵਿੱਚੋਂ ਦੋ ਦੰਦ ਦਿਖਾਈ ਦਿੰਦੇ ਹਨ। ਸੰਪੜ ਵਿਕਰਮ ਜੋ ਜੁਗ ਜਗ ਜੁਗ ਮੋਤੀ। ਔਰ ਇਹਨਾਂ ਦੀ ਸ਼ੋਭਾ ਐਸੀ ਆ ਜਿਵੇਂ ਸਾਧ ਸੰਗਤ ਜੀ ਇਹ ਮੂੰਗਿਆਂ ਵਾਲਾ ਕੋਈ ਡੱਬਾ ਹੋਵੇ ਨਾ ਤੇ ਉਹਦੇ ਵਿੱਚ ਦੋ ਚਿੱਟੇ ਮੋਤੀ ਪਏ। ਹੁਣ ਮੂੰਗੇ ਲਾਲ ਰੰਗ ਦੇ ਹੁੰਦੇ ਆ, ਉਹ ਸਤਿਗੁਰੂ ਜੀ ਦੇ ਬੁੱਲ੍ਹਾਂ ਨੂੰ ਦਰਸਾਇਆ, ਤੇ ਮੂੰਗੇ ਵਾਲੇ ਡੱਬੇ ਦੇ ਵਿੱਚ ਦੋ ਚਿੱਟੇ ਮੋਤੀ ਹੋਣ ਕਿਉਂ ਸਤਿਗੁਰੂ ਜੀ ਦੇ ਦੋ ਦੰਦ ਆਏ ਆ ਹਾਲੇ ਛੋਟੀ ਅਵਸਥਾ, ਕਿਉਂ ਸ਼ੋਭਾ ਪਾਉਂਦੇ ਆ ਜਿਵੇਂ ਮੂੰਗੇ ਵਾਲੇ ਡੱਬੇ ਵਿੱਚ ਮੋਤੀ ਦਿਖਦੇ ਹੋਣ। ਅੰਮਣ ਮੈਂ ਰਿੰਮਣ ਗਤਕਾਰੀ। ਅੰਗਣ ਵਿਹੜੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਗਤਕਾਰੀ ਮੁਕਤੀ ਬਖਸ਼ਣ ਵਾਲੇ ਰੁੜਦੇ ਫਿਰਦੇ ਹਨ। ਚਰਣਾ ਬੁਝ ਕੈਂਚਤ ਬਲਿਹਾਰੀ। ਔਰ ਚਰਨਾਂ ਨੂੰ ਜੋਤ ਜੋਤ ਨਾਲ ਖਿੱਚ ਖਿੱਚ ਕੇ ਅਗਾਂਹ ਵਧਦੇ ਹਨ। ਤੇਰਤ ਹਸਤ ਹਸਾਵਤ ਅਵਰੀ। ਦੇਖ ਦੇਖ ਕੇ ਹੱਸਦੇ ਹਨ ਤੇ ਦੂਜਿਆਂ ਨੂੰ ਵੀ ਹਸਾਉਂਦੇ ਹਨ। ਕਿਲਕਤ ਮੁਖ ਤੇ ਮਦਰ ਮਾਧੁਰੀ ਠੋਰੀ। ਮੁਖ ਦੇ ਵਿੱਚੋਂ ਕਿਲਕਾਰੀਆਂ ਮਾਰਦੇ ਆ ਉੱਚੀ ਉੱਚੀ ਮਾਧੁਰ ਠੌਰੀ। ਜਿਹੜੀ ਸਾਧ ਸੰਗਤ ਬੜੇ ਮਿੱਠੀ ਆਵਾਜ਼ ਹੈ, ਉਸ ਜਗ੍ਹਾ ਨੂੰ ਬੜਾ ਮਿੱਠਾ ਮਾਹੌਲ ਬਣਾਉਂਦੇ ਹਨ। ਬੇਦੀ ਗੁਰ ਕੀ ਆਨੰਦ ਦੁਟੀ। ਬੇਦੀ ਕੁੰਦੀਆਂ ਜਿਹੜੀਆਂ ਹੋਰ ਵੋਟੀਆਂ ਹਨ। ਮੂਰਤ ਬਿਗਦਨ ਆਨੰਦ ਬੂਟੀ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੁੰਦਰ ਮੂਰਤੀ ਨੂੰ ਸੁੰਦਰ ਸਰੂਪ ਨੂੰ ਆ ਕੇ ਦੇਖਦੇ ਆ ਜਨ ਆਨੰਦ ਬੂਟੀ। ਇਉਂ ਲੱਗਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨੰਦ ਦੀ ਬੂਟੀ ਭਾਵ ਆਨੰਦ ਬਖਸ਼ਣ ਵਾਲੇ ਹਨ। ਗੈ ਕਰ ਪਏ ਤੇ ਅੰਗ ਵਸਾਵੇਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੀਆਂ ਬਾਹਾਂ ਦੇ ਨਾਲ ਫੜ ਕੇ ਬਾਹਾਂ ਤੋਂ ਫੜ ਕੇ ਆਪਣੇ ਅੰਗ ਵਸਾਵੇ ਗੋਦੀ ਵਿੱਚ ਬਿਠਾ ਲੈਂਦੀਆਂ ਹਨ ਇਸਤਰੀਆਂ। ਪਰਮ ਪ੍ਰੇਮ ਕਰ ਹਰ ਕਲੜਾਵੇਂ। ਬਹੁਤ ਹੀ ਪ੍ਰੇਮ ਕਰਕੇ ਬੜੀ ਖੁਸ਼ੀ ਦੇ ਨਾਲ ਲਾਡ ਲਡਾਉਂਦੀਆਂ ਹਨ। ਬੋਲੇ ਬਚਨ ਤੋਂ ਤਰੇ ਮੀਠੇ। ਸਤਿਗੁਰੂ ਜੀ ਆਪਣੇ ਮੁਖਾਰ ਬਿਨ ਤੋਂ ਬੜੇ ਮਿੱਠੇ ਮਿੱਠੇ ਤੇ ਤੋਤਲੇ ਵਚਨ ਬੋਲਦੇ ਹਨ। ਸੁਣੈ ਨਾਰ ਨਰ ਲਾਗੈ ਈਠੇ। ਜਿਹੜਾ ਵੀ ਨਰ ਨਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣਦਾ ਉਹਨਾਂ ਨੂੰ ਬੜੇ ਪਿਆਰੇ ਮਿੱਠੇ ਲੱਗਦੇ ਹਨ। ਏਰੇ ਮਾਤ ਤਾਦ ਅਨੁਰਾਗੈ। ਮਾਤਾ ਅਤੇ ਪਿਤਾ ਬੜੇ ਪਿਆਰ ਦੇ ਨਾਲ ਦੇਖਦੇ ਹਨ। ਫਿਰਤ ਭੂਮਿਕਾ ਮਿਰਤ ਕਾ ਲਾਗੈ। ਸਤਿਗੁਰੂ ਜੀ ਖੇਡਦੇ ਆ ਭੂਮੀ ਦੇ ਉੱਤੇ ਮਿੱਟੀ ਦੇ ਵਿੱਚ, ਸਰੀਰ ਨੂੰ ਮਿੱਟੀ ਲੱਗ ਜਾਂਦੀ ਹੈ। ਅਗੀ ਦੂਰ ਤਨ ਦੂਸਰ ਹੋਏ। ਜਦੋਂ ਤਨ ਨੂੰ ਸਰੀਰ ਨੂੰ ਧੂੜ ਲੱਗਦੀ ਹੈ ਸਰੀਰ ਲਿਬੜ ਜਾਂਦਾ ਹੈ। ਅੰਬਲੇ ਅੰਬਾ ਅੰਗ ਉਸ ਧੋਏ। ਵੇਲੇ ਅੰਬ ਨਾਮ ਜਪਦਾ ਹੈ ਤੇ ਅੰਬਾ ਨਾਮ ਅੰਮਾ ਦਾ ਮਾਤਾ ਦਾ ਹੈ। ਅੰਬ ਲੈ ਅੰਬਾ ਅੰਗ ਧੋਏ। ਮਾਤਾ ਜਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਗਾਂ ਨੂੰ ਸਰੀਰ ਨੂੰ ਧੋਂਦੇ ਹਨ। ਮਲ ਕਰ ਮੁਖ ਮੱਜਨ ਕਰਵਾਇਓ। ਔਰ ਮੁਖ ਨੂੰ ਮਲ ਮਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਸ਼ਨਾਨ ਕਰਵਾਇਆ। ਪਾਂਚ ਸਰੀਰ ਅੰਗ ਵੈਸਾਇਓ। ਫਿਰ ਇਸ਼ਨਾਨ ਕਰਵਾ ਕੇ ਸਤਿਗੁਰੂ ਜੀ ਦੇ ਸਰੀਰ ਨੂੰ ਤੌਲੀਏ ਕੱਪੜੇ ਆਦਿ ਦੇ ਨਾਲ ਪਾਉਣ 'ਚ ਸਰੀਰ ਅੰਗ ਵਸਾਇਓ। ਪੂੰਝ ਕੇ ਚੰਗੀ ਤਰ੍ਹਾਂ ਪਾਣੀ ਸੁਕਾ ਕੇ ਗੋਦੀ ਵਿੱਚ ਬਿਠਾਉਂਦੇ ਹਨ। ਦੋਹਰਾ ਝਗਦੀ ਝੀਨ ਵੀਰ ਪੁਨਾ। ਫਿਰ ਨਵੀਂ ਜਿਹੜੀ ਝਗਲੀ ਝੀਨ ਬੜੇ ਬਰੀਕ ਵਸਤਰ ਦੀ ਪਤਲੇ ਕੱਪੜੇ ਦੀ ਝੱਗੀ ਬਣਾਈ ਹੋਈ ਹੈ ਨਵੀਂ। ਲਹਿਰਾਈ ਤਨ ਤਾਪ। ਆਪਣੇ ਪੁੱਤਰ ਦੇ ਤਨ ਦੇ ਉੱਤੇ ਪਹਿਨਾਈ ਹੈ। ਤੈ ਕੋ ਬਾਣ ਕਰਾਇ ਕੈ। ਸਤਿਗੁਰੂ ਸਾਹਿਬ ਜੀ ਨੂੰ ਬਾਲ ਅਵਸਥਾ ਵਿੱਚ ਹਨ ਦੁੱਧ ਛਕਾ ਕੇ ਪੌੜਾਏ ਕਰ ਮਾਤਾ। ਪਲਕੇ ਦੇ ਉੱਤੇ ਮਾਤਾ ਜੀ ਨੇ ਪਾ ਦਿੱਤਾ। ਚਾਉ ਪਈ ਜੁਗਲ ਘੜੀ ਪਲਣਾ ਪਰ ਸੋਏ। 2 ਘੜੀਆਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਘੋੜੇ ਦੇ ਵਿੱਚ ਸੁੱਤੇ। ਜਾਗੇ ਬਵਰ ਸੁਚੇਤਨ ਹੋਏ। ਫਿਰ ਜਾਗ ਪਏ ਉੱਠ ਕੇ ਚੇਤਨ ਹੋਏ ਹੁਸ਼ਿਆਰ ਹੋਏ। ਲਗੇ ਬਾਲ ਲੀਲਾ ਪੁਨ ਕਰਨੇ। ਫਿਰ ਬਾਲ ਲੀਲਾ ਬਾਲ ਕੌਤਕ ਕਰਨ ਲੱਗੇ। ਪਕਰੇ ਪਰਣਾ ਹੋਏ ਪਗ ਪਰਣੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫੜਦੇ ਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਕੜੈ ਪਰਨਾ ਹੋਏ ਪਗ ਪਰਨੇ। ਕੋਈ ਆਸਰਾ ਫੜ ਕੇ ਕੋਈ ਘੋੜਾ ਜਾਂ ਫੜ ਕੇ ਰਿੜਨ ਵਾਲਾ ਬੱਚਿਆਂ ਦੇ ਤੁਰਨ ਵਾਲਾ ਜਿਹੜਾ ਆਪਾਂ ਬਣਾ ਕੇ ਦਿੰਦੇ ਆ ਉਹਦੇ ਸਹਾਰੇ ਸਤਿਗੁਰੂ ਸੱਚੇ ਪਾਤਸ਼ਾਹ ਪੈਰਾਂ ਭਾਰ ਹੋਏ। ਭਇਓ ਚਰਨ ਬਲ ਹੋਵੇ ਖਾਲੀ। ਫਿਰ ਹੌਲੀ ਹੌਲੀ ਸਤਿਗੁਰੂ
ਸੱਚੇ ਪਾਤਸ਼ਾਹ ਜੀ ਨੇ ਚਰਨਾਂ ਦੇ ਉੱਤੇ ਬਲ ਦਿੱਤਾ, ਪੈਰਾਂ ਦੇ ਉੱਤੇ ਭਾਰ ਦੇ ਕੇ ਖੜੇ ਹੋ ਗਏ। ਖੇਲੇ ਬਾਲਨ ਮੈਂ ਹਿਤ ਬਾਡੇ ਉਹ ਬਾਲਾਂ ਦੇ ਨਾਲ, ਬੱਚਿਆਂ ਦੇ ਨਾਲ ਬੜਾ ਹਿੱਤ ਕਰਕੇ, ਪ੍ਰੇਮ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਖੇਡਦੇ ਰਹਿੰਦੇ। ਭੂਖਨ ਸ਼ਬਦ ਬਲਾਵਤ ਹੋਵਤ ਜਦੋਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਤੁਰਦੇ ਭਜਦੇ ਦੌੜਦੇ ਆ, ਉਸ ਵੇਲੇ ਪਹਿਨੇ ਹੋਏ ਗਹਿਣਿਆਂ ਦਾ ਬੜਾ ਸ਼ਬਦ ਹੁੰਦਾ, ਆਵਾਜ਼ ਆਉਂਦੀ ਹੈ। ਨੈਣ ਸ਼ਬੀਲੇ ਸ਼ਬ ਸੋਜੀ ਜੋਵਤ ਔਰ ਸਤਿਗੁਰੂ ਜੀ ਦੇ ਛਬੀਲੇ ਨੈਣ, ਸੋਹਣੀਆਂ ਅੱਖਾਂ, ਸੋਹਣੇ ਨੇਤਰ, ਬੜੀ ਛਵੀ ਦੇ ਨਾਲ, ਬੜੀ ਕ੍ਰਾਂਤੀ ਦੇ ਨਾਲ, ਸ਼ੋਭਾ ਦੇ ਨਾਲ ਸ਼ੋਭਾ ਪਾਉਂਦੇ ਹਨ। ਬਿਨ ਬੋਲੇ ਨੇ ਹਾਲੇ ਆਵੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਬਿਨਾਂ ਬੋਲੇ ਤੋਂ, ਆਵਾਜ਼ ਮਾਰੇ ਤੋਂ ਬਿਨਾਂ ਘਰ ਹੀ ਨਹੀਂ ਮੁੜਦੇ। ਸ਼ਸ਼ ਪਰਚਾਤ ਪਰਪ ਮੈਂ ਜਾਵੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਕੀ ਸਾਰੇ ਬਾਲਕਾਂ ਦੇ ਨਾਲ ਪਿੱਛੇ ਪਿੱਛੇ ਗਲੀ ਵਿੱਚ ਚਲੇ ਜਾਂਦੇ ਹਨ। ਜਨਨੀ ਅਸਨ ਹਕਾਰ ਖਵਾਵੈ ਮਾਤਾ ਪਿਤਾ ਆਵਾਜ਼ਾਂ ਮਾਰ ਮਾਰ ਕੇ ਆਪਣੇ ਪੁੱਤਰ ਨੂੰ ਭੋਜਨ ਛਕਾਉਂਦੇ ਹਨ। ਨੈ ਅਗਾਤ ਦੇਖਤ ਬਲ ਜਾਵੈ ਮਾਤਾ ਜੀ ਦੇਖਦੇ ਦੇਖਦੇ ਬਲਹਾਰ ਜਾਂਦੇ ਆ, ਰੱਜਦੇ ਨਹੀਂ ਉਹਨਾਂ ਨੂੰ ਦੇਖ ਕੇ। ਦੋਹਰਾ ਦਦ ਹਰਿ ਉਦਨ ਮਾਤ ਤੇ ਥੋੜਾ ਜਿਹਾ ਦਹੀਂ ਅਤੇ ਚਾਵਲ ਮਾਤਾ ਜੀ ਤੋਂ ਲੈ ਕੇ ਅਰਧਕ ਖਾਏ ਪਲਾਏ ਅੱਧਾ ਕੁ ਛੱਡਦੇ, ਅੱਧਾ ਕੁ ਛੱਡ ਕੇ ਉਹ ਭੱਜ ਜਾਂਦੇ, ਦੌੜ ਜਾਂਦੇ ਹਨ ਖੇਡਣ। ਬਾਲਕ ਲੀਲਾ ਕਰਤ ਸਭ ਸਾਰੇ ਬਾਲਕਾਂ ਦੇ ਨਾਲ ਖੇਡਾਂ ਖੇਡਦੇ ਹਨ। ਲਖ ਜੋ ਲਖਿਆ ਨਾ ਜਾਏ ਉਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹਨ ਸਤਿਗੁਰੂ ਜੀ, ਜਿਹੜਾ ਲਖਿਆ ਨਹੀਂ, ਜਾਣਿਆ ਨਹੀਂ ਜਾ ਸਕਦਾ। ਚੌਪਈ ਲੈ ਕਰ ਕਾਲੂ ਅੰਗ ਦੁਲਾਰੈ ਇਸ ਪ੍ਰਕਾਰ ਪਿਤਾ ਮਹਿਤਾ ਕਾਲੂ ਜੀ ਵੀ ਆਪਣੀ ਗੋਦ ਦੇ ਵਿੱਚ ਲੈ ਕੇ ਦੁਲਾਰ ਲਾਡ ਪਿਆਰ ਕਰਦੇ ਹਨ। ਪਾਵਤ ਸੁਖ ਬਦਨ ਨਿਹਾਰੈ ਸਤਿਗੁਰੂ ਜੀ ਦਾ ਆਪਣੇ ਪੁੱਤਰ ਦਾ ਚਿਹਰਾ ਦੇਖ ਕੇ ਬੜੇ ਆਨੰਦ ਪ੍ਰਸੰਨ ਹੁੰਦੇ ਹਨ। ਅਜ ਕਰ ਜਨ ਕੇ ਅੰਗ ਜੋ ਜਾਵੈ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਬਾਲ ਰੂਪ ਵਿੱਚ ਪਿਤਾ ਦੀ ਗੋਦੀ ਛੱਡ ਕੇ ਵੀ ਭੱਜ ਜਾਂਦੇ ਹਨ। ਰਲ ਬਾਲਣ ਸੋ ਖੇਲ ਮਚਾਵੈ ਬਾਲਕਾਂ ਦੇ ਨਾਲ ਰਲ ਕੇ ਖੇਡ ਵਿਚਾਉਂਦੇ, ਖੇਡਣ ਲੱਗ ਪੈਂਦੇ ਹਨ। ਸੁੰਦਰਤਾ ਮੰਦਰ ਮੁਖ ਹੀਰੈ ਔਰ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸੁੰਦਰਤਾ ਦਾ ਮੰਦਰ, ਸੁੰਦਰਤਾ ਦਾ ਘਰ ਹੈ ਮੁੱਖ, ਉਹਨੂੰ ਸਾਰੇ ਦੇਖਦੇ ਹਨ। ਨਰ ਨਾਰੀ ਜਾਵਤ ਮਗ ਕੀਰੈ ਨਰ ਨਾਰੀ ਮਨੁੱਖ ਇਸਤਰੀਆਂ ਜਿਹੜੇ ਵੀ ਰਸਤੇ ਵਿੱਚ ਜਾਂਦੇ ਆ, ਸਤਿਗੁਰੂ ਜੀ ਨੂੰ ਘੇਰ ਲੈਂਦੇ ਹਨ ਅੱਗੋਂ। ਬੋਲੇ ਬੋਲ ਬੁਲਾਵੇ ਬਚਨਾ ਆਪ ਵੀ ਕੁਝ ਬੋਲ ਬੋਲਦੇ ਆ ਤੇ ਬਾਲ ਉਮਰ ਦੇ ਵਿੱਚ ਗੁਰੂ ਨਾਨਕ ਜੀ ਤੋਂ ਵੀ ਵਚਨ ਬੁਲਾਉਂਦੇ ਹਨ। ਗਿਰਾ ਮਾਧੁਰੀ ਕੀ ਜਨ ਇਹਨਾਂ ਦੀ ਰਚਨਾ ਬਾਣੀ, ਇਹਨਾਂ ਦੇ ਬੋਲ ਬੜੇ ਮਧੁਰ ਮਿੱਠੇ ਹਨ। ਮੰਨ ਲਓ ਕਿ ਮਾਧੁਰੀ ਕੀ ਜਨ ਰਚਨਾ, ਬੜੇ ਮਿੱਠੇ ਦੀ ਹੀ ਰਚਨਾ ਹਨ। ਐ ਪਰਸ ਪਰ ਲੋਕ ਲੁਗਾਈ ਸਾਰੇ ਜਿੰਨੇ ਲੋਕ ਲਗਾਈਆਂ ਇਸਤਰੀਆਂ ਕਹਿੰਦੇ ਹਨ ਆਪਸ ਵਿੱਚ, ਕਾਲੂ ਭਾਗ ਹੈ ਕਿ ਅਦਕਾਈ ਕਾਲੂ ਜੀ ਦੇ ਬਹੁਤ ਵੱਡੇ ਭਾਗ ਹਨ। ਜਿਸ ਵਾਸ ਸੁਧਿਆ ਸੁਪਜਿਓ ਜਿਨ੍ਹਾਂ ਦੇ ਘਰ ਦੇ ਵਿੱਚ ਐਸਾ ਪੁੱਤਰ ਪੈਦਾ ਹੋਇਆ ਹੈ। ਸਾਬੇ ਦਸੋ ਨਿਹਾਲ ਪਬ ਭਇਓ ਸਾਰੇ ਤਰੀਕਿਆਂ ਦੇ ਨਾਲ, ਹਰ ਤਰੀਕੇ ਦੇ ਨਾਲ ਕਹਿੰਦੇ ਕਾਲੂ ਜੀ ਨਿਹਾਲ ਹੋ ਗਏ ਹਨ। ਇਹਨਾਂ ਦਾ ਜਨਮ ਸਫਲਾ ਹੋ ਗਿਆ। ਦੋਹਰਾ ਸਦੇ ਸੁਭਾਵਕ ਪ੍ਰੇਮ ਮਨ ਸਾਰੇ ਸਹਿ ਸੁਭਾਏ ਮਨ ਵਿੱਚ ਪ੍ਰੇਮ ਧਾਰ ਕੇ ਕਰਹਿ ਬਦਨ ਨਿਹਾਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੁੰਦਰ ਚਿਹਰਾ ਤੱਕਦੇ ਹਨ। ਜੈਸੇ ਜਾਤ ਸਮੁੰਦਰ ਮੈਂ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਸਭ ਸਰਤਾ ਕੋ ਬਾਰ ਸਾਰੀਆਂ ਨਦੀਆਂ ਦਾ ਆ ਕੇ ਪਾਣੀ ਪੈ ਜਾਂਦਾ ਹੈ। ਚੌਪਈ ਤਕ ਚਕੋਰ ਲੋਕਨ ਕੇ ਬ੍ਰਿੰਦਾ ਸੋ ਚਕੋਰਾਂ ਦੀ ਨਿਆਈ ਲੋਕ ਹੈ ਜਿਹੜੇ ਸਾਰੇ ਇਕੱਠੇ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਵੱਲ ਦੇਖਦੇ ਆ, ਜਿਵੇਂ ਚਕੋਰਾਂ ਚੰਦਰਮਾ ਨੂੰ ਦੇਖਦੀਆਂ ਹਨ। ਚੰਦਰ ਬਦਨ ਦ੍ਰਿਸ਼ ਆਨੰਦ ਕੰਦਾ ਸਤਿਗੁਰੂ ਜੀ ਦਾ ਸੋਹਣਾ ਮੁਖੜਾ ਚੰਦਰਮਾ ਵਰਗਾ ਦਿਖਾਈ ਦਿੰਦਾ ਹੈ। ਸਤਿਗੁਰੂ ਜੀ ਆਨੰਦ ਦੇ ਮੂਲ, ਆਨੰਦ ਦੇ ਬਖਸ਼ਣ ਵਾਲੇ ਹਨ। ਸੁੰਦਰ ਰੂਪ ਹੇਰ ਰਬ ਨਿਆਈ ਸਤਿਗੁਰੂ ਜੀ ਦਾ ਸੁੰਦਰ ਸੂਰਜ ਵਰਗਾ ਵੇਖ ਕੇ ਜਨ ਅਰਬਿੰਦ ਬਦਨ ਵਿਗਸਾਈ ਜਿਵੇਂ ਕਮਲ ਸੂਰਜ ਨੂੰ ਵੇਖ ਕੇ ਖਿੜਦੇ ਆ, ਤੇ ਉਹ ਲੋਕਾਂ ਦੇ ਮਨ ਵਿੱਚ ਵਿਗਾਸ, ਹੁਲਾਸ, ਖੁਸ਼ੀ ਪੈਦਾ ਹੁੰਦੀ ਹੈ ਸਤਿਗੁਰੂ ਜੀ ਦੇ ਚਿਹਰੇ ਦੇ ਦਰਸ਼ਨ ਕਰਕੇ। ਕੰਟਕ ਜਿਉ ਸੁਨ ਕੇ ਬਰਬਾਈ ਜਿਵੇਂ ਘੰਟੇ ਖੇੜੇ ਦਾ
ਦਾ ਨਾਦ ਸੁਣ ਕੇ, ਘੰਡੇ ਵੇਲੇ ਦੀ ਆਵਾਜ਼ ਸੁਣ ਕੇ ਮਿਰਗ ਦੌੜਦਾ ਹੈ। ਕਾਂਡ ਕਦ ਮਿਰਗੈ ਜਸ ਮਾਨੇ। ਇਸੇ ਤਰ੍ਹਾਂ ਲੋਕ ਜਿਹੜੇ ਮਿਰਗਾਂ ਵਰਗੇ ਆ, ਝੁੰਡਾਂ ਦੇ ਝੁੰਡ ਇਕੱਠ ਹੋ ਕੇ ਸਤਿਗੁਰੂ ਜੀ ਨੂੰ ਦੇਖਦੇ ਰਹਿੰਦੇ ਹਨ। ਇਹ ਬਿਦ ਬਾਲਕ ਲੀਲਾ ਕਰਹੀ। ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਲ ਲੀਲਾਵਾਂ ਕਰ ਰਹੇ ਹਨ ਬਚਪਨ ਵਿੱਚ। ਧਿਆਨ ਜੇ ਧਰੈ ਪਵੋਦੇ ਤਰਹੀ। ਸੋ ਜਿਹੜਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰਦਾ ਹੈ, ਭਾਵੋ ਦੇ ਤਰਹੀ, ਉਹ ਇਸ ਸੰਸਾਰ ਸਾਗਰ ਨੂੰ ਤਰ ਜਾਂਦਾ ਹੈ। ਪੰਜ ਵਰਗ ਕੀ ਹੋਈ ਵੈਸਾ। ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ 5 ਸਾਲ ਦੀ ਉਮਰ ਹੋਈ, ਕਾਰਨ ਲਗੇ ਕਾਰਜ ਪੁਨੈਸਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਦੇ ਕਾਰਜ ਕਰਨ ਲੱਗੇ। ਲੇਵਤ ਕਰ ਬਾਹਰ ਘਰ ਦੀਆਂ ਧਾਮੈ। ਜਿਹੜੀਆਂ ਵਸਤੂਆਂ ਉਹਨਾਂ ਨੂੰ ਲੈ ਕੇ ਬਾਹਰ ਨੂੰ ਦੌੜ ਜਾਂਦੇ ਹਨ। ਜੋ ਲੇਵੈ ਸੋ ਜਾਏ ਗਵਾਵੈ। ਪਰ ਜਿਹੜੀ ਵੀ ਵਸਤੂ ਲੈ ਜਾਂਦੇ ਆ ਬਾਹਰ ਹੀ ਗਵਾ ਦਿੰਦੇ ਹਨ। ਦੋਹਰਾ ਆਂਜਨ ਪੂਖਨ ਬਸਨ ਦੀਵੇ ਲੈ ਜੇ। ਕੇ ਜਾਂਦੇ ਆ, ਘਰ ਦੇ ਵਿੱਚ ਭਾਂਡੇ ਲੈ ਜਾਂਦੇ ਆ, ਚੁੱਕ ਕੇ ਬਰਤਨ, ਭੂਖਣ ਗਹਿਣੇ ਲੈ ਜਾਂਦੇ ਆ, ਤੇ ਹੋਰ ਜਿਹੜੇ ਵਸਤਰ ਆਦਿਕ ਹਨ ਨਿਜਨ ਗੇਤ ਤੇ ਆਪਣੇ ਲੈ। ਘਰ ਤੋਂ ਲੈ ਜਾਂਦੇ ਹਨ। ਜਾਏ ਨਿਰਸਤੈ ਜਾਏ ਜਾ ਕੇ ਤੈ। ਰਸਤੇ ਦੇ ਵਿੱਚ ਉੱਥੇ ਪਹੁੰਚ ਜਾਂਦੇ ਹਨ, ਸੁੱਟ ਦਿੰਦੇ ਹਨ। ਜੈ ਅਗਾਧ ਜਿੱਥੇ ਜੀਰੇ। ਕੋਈ ਲੋੜਵੰਦ ਹੋਵੇ, ਜਿੱਥੇ ਕੋਈ ਗਰੀਬ ਗੁਰਬਾ ਹੋਵੇ ਨਾ, ਸੋ ਉਹਨਾਂ ਦੇ ਘਰਾਂ ਦੇ ਕੋਲ ਸੁੱਟ ਆਉਂਦੇ ਹਨ। ਚਾਉ ਪਈ ਕਰਤਨ ਤਾ ਪ੍ਰਤੇ ਮਿਦਕਾਰ। ਸਤਿਗੁਰੂ ਜੀ ਮਿੱਤਰਾਂ ਪ੍ਰਤੀ ਇਹੀ ਕੰਮ ਕਰਦੇ ਹਨ। ਦਇਆ ਕਰਨ ਕੋ ਦੇ ਵਿਵਹਾਰ। ਦਇਆ ਕਰਨ ਦਾ ਜਿਨ੍ਹਾਂ ਦਾ ਵਿਵਹਾਰ ਹੈ, ਸੁਭਾਅ ਹੈ। ਇਕ ਬਾਸਰੇ ਕਪਾਂਜਨ ਲੀਨਾ। ਇੱਕ ਦਿਨ ਮਾਤਾ ਤ੍ਰਿਪਤਾ ਜੀ ਦੇਖ ਰਹੇ ਆ, ਭਾਂਡਾ ਇੱਕ ਆਪਣੇ ਹੱਥ ਦੇ ਵਿੱਚ ਫੜ ਲਿਆ। ਰੰਗ ਵਿਗਿਓ ਇਕ ਤੈ ਸੁਟ ਦੀਨਾ। ਜਲਦੀ ਨਾਲ ਗਲੀ ਵਿੱਚ ਗਏ ਤੇ ਉੱਥੇ ਇੱਕ ਗਰੀਬ ਬੰਦਾ ਦੇਖਿਆ, ਲਿਜਾ ਕੇ ਉਹਦੇ ਅੱਗੇ ਸੁੱਟ ਦਿੱਤਾ ਵੀ ਆਹ ਚੱਕ ਲੈ। ਗੁਰ ਕਰ ਲੈ ਕਰ ਆਏ ਜਬਹੀ। ਉਹ ਉਹਨੀ ਪੈਰੀ ਵਾਪਸ ਜਦੋਂ ਮੁੜ ਕੇ ਆਏ, ਜਨਨੀ ਹੇਰੇ ਰੁਸੀ ਤਬਹੀ। ਮਾਤਾ ਨੇ ਦੇਖ ਲਿਆ ਵੀ ਘਰੋਂ ਭਾਂਡਾ ਲੈ ਕੇ ਬਰਤਨ ਲੈ ਕੇ ਗਿਆ ਸੀ ਪੁੱਤਰ ਮੇਰਾ, ਪਰ ਬਾਹਰ ਸੁੱਟ ਕੇ ਆ ਗਿਆ। ਮਾਤਾ ਨੇ ਮਨ ਵਿੱਚ ਬਹੁਤ ਗੁੱਸਾ ਕੀਤਾ। ਭੋਜਨ ਲਗੀ ਕਹਾਂ ਤੈ ਗੇਰਾ। ਬੜੇ ਗੁੱਸੇ ਦੇ ਨਾਲ ਦੇਖ ਕੇ ਤੇ ਪੁੱਛਣ ਲੱਗੇ, ਕਹਿੰਦੇ ਤੂੰ ਕਿੱਥੇ ਗਿਆ, ਕਿੱਥੇ ਸੁੱਟ ਕੇ ਆਇਆ ਹੈ? ਅਬ ਤੋ ਕਰ ਮੈਂ ਪਈ ਨਾ ਦੇਰਾ। ਹੁਣੇ ਤਾਂ ਤੇਰੇ ਹੱਥ ਵਿੱਚ ਸੀ, ਕੋਈ ਦੇਰੀ ਵੀ ਨਹੀਂ ਹੋਈ। ਮੁਖ ਤੇ ਕਹਿ ਨਾ ਉੱਤਰ ਪਰ ਕੋ। ਸਤਿਗੁਰੂ ਪਾਤਸ਼ਾਹ 5 ਸਾਲ ਦੀ ਉਮਰ ਹੈ, ਮੂੰਹੋਂ ਕੁਝ ਕਹਿੰਦੇ ਨਹੀਂ ਹਨ। ਭਏ ਪੂਸ਼ਨੀ ਗਤ ਦਾ ਗਲਤੀ ਜੋ। ਬਖਸ਼ਣ ਵਾਲੇ, ਮੁਕਤੀ ਬਖਸ਼ਣ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਚੁੱਪ ਕਰ ਗਏ। ਕਰ ਮੈਂ ਲੇਖਾ ਲੇਲ ਕਰੀ ਤਬ ਮਾਤਾ। ਉਸ ਵੇਲੇ ਜਦੋਂ ਚੁੱਪ ਕਰੇ, ਅੱਗੋਂ ਬੋਲੇ ਵੀ ਨਾ, ਇੱਕ ਨੁਕਸਾਨ ਵੀ ਕਰ ਆਏ, ਦੱਸਦੇ ਵੀ ਨਹੀਂ। ਤੇ ਮਾਤਾ ਨੇ ਗੁੱਸੇ ਵਿੱਚ ਆ ਕੇ ਹੱਥ ਵਿੱਚ ਸੋਟੀ ਫੜ ਲਈ। ਦਰ ਪਾਵਨ ਲਾਗੀ ਨਿਜ ਤਾਤਾ। ਆਪਣੇ ਪੁੱਤਰ ਨੂੰ ਡਰਾਉਣ ਲੱਗੀ ਮਾਤਾ। ਦੋਹਰਾ ਮ੍ਰਿਗ ਅਰਵਕ ਸੇ ਚਕਿਤ ਚੱਪ। ਜਿਵੇਂ ਮਿਰਗ ਦੇ ਬੱਚੇ ਦੇ ਨੇਤਰ ਹੁੰਦੇ ਹਨ, ਸਤਿਗੁਰੂ ਜੀ ਐ ਸਾਧ ਸੰਤ ਹੈਰਾਨੀ ਜੀ ਦੇ ਨਾਲ ਜਿਵੇਂ ਮਿਰਗ ਦਾ ਬੱਚਾ ਦੇਖਦਾ, ਹੇਠਾਂ ਵੱਲ ਨੂੰ ਦੇਖ ਰਹੇ ਹਨ। ਹਰੇ ਨੀਟ ਡਰ ਮਾਤ। ਮਾਤਾ ਤੋਂ ਡਰਦਿਆਂ ਨੇ ਨਾ ਹੇਠਾਂ ਨੂੰ ਨੇਤਰ ਕਰ ਲਏ। ਸਜਲ ਭਏ ਚੱਕ ਦੇ ਮਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਡਰ ਕੇ ਨੇਤਰਾਂ ਦੇ ਵਿੱਚੋਂ ਸਾਹ ਸੰਤ ਹੰਝੂ ਆ ਗਏ, ਜਿਵੇਂ ਦੋ ਮਗਰਮੱਛ। ਸ਼ੋਰਤ ਸਰਤਾਗਾਤ। ਜਿਵੇਂ ਮਗਰਮੱਛ ਪਾਣੀ ਵਹਾਉਂਦਾ ਨਾ, ਪਾਣੀ ਕੱਢਦਾ ਨਦੀ ਦੇ ਪਾਣੀ ਨੂੰ ਬਾਹਰ ਸੁੱਟ ਦਿੰਦਾ, ਤੇ ਉਹ ਸਤਿਗੁਰੂ ਜੀ ਦੇ ਨੇਤਰਾਂ ਵਿੱਚ ਡਰਦੇ ਮਾਰੇ ਜਲ ਚੱਲ ਪਿਆ ਮਾਤਾ ਤੋਂ। ਕਾਉ ਪਈ ਲਾਲੋ ਪ੍ਰਤਬੰਧ ਕਬ ਆਇਓ। ਉਸ ਵੇਲੇ ਪਿਤਾ ਮਹਿਤਾ ਕਾਲੂ ਜੀ ਦਾ ਭਰਾ ਛੋਟਾ ਭਾਈ ਲਾਲੂ ਜੀ ਆਇਆ ਘਰ ਵਿੱਚ। ਕਰਨਾ ਰਸ ਮੈਂ ਹੋ ਛੁੜਕਾਇਓ। ਜਦੋਂ ਦੇਖਿਆ ਵੀ ਮਾਤਾ ਤ੍ਰਿਪਤਾ ਆਪਣੇ ਪੁੱਤਰ ਨਾਨਕ ਨੂੰ ਝਿੜਕ ਰਹੀ ਆ, ਬੜੇ ਦਇਆਵਾਨ ਹੋ ਕੇ ਉਹਨਾਂ ਨੇ ਛੁਡਾਇਆ। ਕਰੇ ਸੁਦੀਨੇ ਕਹੀ ਪੁਨ ਵਾਕੂ। ਔਰ ਬੜੇ ਗੁੱਸੇ ਵਿੱਚ ਆ ਕੇ ਬਾਕ ਆਖੇ। ਬਾਉ ਗੁਣ ਕੀਨੇ ਨ ਪ੍ਰਾਪੂ। ਮਾਤਾ ਕਹਿਣ ਲੱਗੀ ਕਿ ਹੇ ਦੇਵਰ ਜੀ, ਇਹ ਲਾਲੂ, ਇਹ ਨਾਨਕ ਨਾ ਬੜੇ ਗੁਨਾਹ ਕਰਦਾ, ਬੜੀਆਂ ਇਹੋ ਜਿਹੀਆਂ ਗਲਤੀਆਂ ਪਹਿਲਾਂ ਵੀ ਇਹਨੇ ਕੀਤੀਆਂ। ਲੈ ਸਦਨ ਦੇ ਵਸਤ ਜੋ ਜਿਹੜੀ ਹੀਰੇ। ਵੀ ਘਰ ਦੇ ਵਿੱਚ ਵਸਤੂ ਦੇਖਦਾ ਉਹ ਲੈ ਜਾਂਦਾ ਹੈ। ਬਾਉ ਨਾਨੇ ਬਾਹਰ ਪਰ ਗਿਰੇ। ਬਾਹਰ ਉਹ ਮੁੜ ਕੇ ਘਰ ਨਹੀਂ ਲੈ ਕੇ ਆਉਂਦਾ, ਬਾਹਰ ਹੀ ਸੁੱਟ ਆਉਂਦਾ, ਗਵਾ ਆਉਂਦਾ ਹੈ। ਨਿਠੁਰ ਨਿਡਰ ਸੋ ਪੀਰ ਏਸ ਜੈਸਾ। ਕਹਿੰਦੀ ਬਾਲਕ, ਇਹ ਜਿਹੜਾ ਨਾਨਕ ਆ ਨਾ, ਇਹ ਬੜਾ
ਨਿਡਰ ਨਿਠੱਲਾ, ਬੜਾ ਨਿਡਰ ਅਤੇ ਬੜਾ ਢੀਠ ਹੈ। ਅਬ ਲਹੋ ਨਾਮ ਨਿਹਾਰਿਓ ਐਸਾ, ਮੈਂ ਨਹੀਂ ਇਹੋ ਜਿਹਾ ਬੱਚਾ ਹੁਣ ਤੱਕ ਕੋਈ ਦੇਖਿਆ। ਪੂਰਬ ਅਨੁਭਵ ਅਤ ਗਵਾਈ, ਪਹਿਲਾਂ ਵੀ ਇਹਨੇ ਬਹੁਤ ਵਸਤੂਆਂ ਗਵਾ ਦਿੱਤੀਆਂ। ਆਮ ਕਹਿ ਰਹੀ ਸਮਝ ਨ ਮੈਂ ਆਈ, ਇਹਨੂੰ ਕਹਿ ਕੇ ਕਿ ਥੱਕ ਗਈ, ਪਰ ਇਹਨੂੰ ਸਮਝ ਨਾ ਆਈ। ਸਾਸਨ ਜੋਗ ਅਬੈ ਤੁਝ ਸੋਜਾ, ਤੇ ਮਾਤਾ ਫਿਰ ਗੁੱਸੇ ਵਿੱਚ ਨਾਲੇ ਤਾਂ ਛੱਡ ਦਿੱਤਾ ਤੇ ਨਾਲੇ ਕਹਿੰਦੀ ਹੈ ਤਾਂ ਤੂੰ ਸਜ਼ਾ ਦੇ ਯੋਗ ਸੀ, ਪਰ ਮੈਂ ਤੈਨੂੰ ਛੱਡ ਦਿੱਤਾ ਅੱਜ। ਐਸਾ ਕਾਜ ਨਾ ਕਰ ਮਨੋਰਾ, ਕਹਿ ਲੱਗੀ ਪੁੱਤ ਮੁੜ ਕੇ ਨਾ ਇਹੋ ਜਿਹਾ ਕੰਮ ਕਰੀ, ਕੋਈ ਚੀਜ਼ਾਂ ਵਸਤੂਆਂ ਨਾ ਸੁੱਟ ਕੇ ਆਈ ਬਾਹਰ। ਦੋਹਰਾ ਜਨਨੀ ਜੋ ਸਮਝਾਏ ਮਾਤਾ ਨੇ ਇਸ ਕੈ, ਪ੍ਰਕਾਰ ਸਮਝਾ ਕੇ ਪੁਰ ਪਰ ਆਇਓ ਮੇਹੋ, ਨਾਲ ਹੀ ਮਾਤਾ ਦੇ ਹਿਰਦੇ ਵਿੱਚ ਜਦੋਂ ਉਹ ਸਮਝਾਇਆ ਨਾ, ਪੁੱਤਰ ਪ੍ਰਤੀ ਮੋਹ ਭਰ ਆਇਆ। ਕਰ ਗਏ ਅੰਕ ਬਿਠਾਇਓ, ਫੜ ਕੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਹੱਥਾਂ ਨਾਲ ਆਪਣੀ ਗੋਦੀ ਵਿੱਚ ਬਿਠਾ ਲਿਆ। ਜਿਸ ਸੁਧ ਕਰੁਣਾ ਬਿਹੋ, ਆਪਣੇ ਪੁੱਤਰ ਨੂੰ ਸਾਧ ਸੰਗਤ ਜੀ ਬੜਾ ਪ੍ਰੇਮ ਕਰਨ ਲੱਗੇ। ਮਾਤਾ ਨਿਜ ਸੁਤ ਕਰਨਾ ਗ੍ਰਹਿਓ, ਸੋ ਮਗਨ ਹੋ ਗਈ ਮਾਤਾ ਪੁੱਤਰ ਦੇ ਪ੍ਰੇਮ ਵਿੱਚ। ਚਾਉ ਪਈ ਪਹੁੰਚਦੇ ਈਸ਼ਨ ਸਵਾਚਨਨ ਸ਼ਬਦ, ਜਿਉਂ ਆਪਣੇ ਪੁੱਤਰ ਨੂੰ ਗੋਦੀ ਵਿੱਚ ਬਿਠਾ ਕੇ, ਜਿਹੜਾ ਕਰਨਾ ਗ੍ਰਹਿਓ ਕਿਰਪਾ ਦਾ ਘਰ ਹੈ, ਗੋਦੀ ਵਿੱਚ ਬਿਠਾ ਕੇ ਮਾਤਾ ਅੱਖਾਂ ਦੇ ਵਿੱਚੋਂ ਅੱਥਰੂ ਪੂੰਝਣ ਲੱਗੀ। ਸ਼ਬੀ ਕੋ ਮੈਂ ਪਿਗ ਜਨਨੀ ਤਬ, ਜਦ ਸਾਧ ਸੰਗਤ ਜੀ ਮਾਤਾ ਜਦੋਂ ਸਤਿਗੁਰੂ ਜੀ ਦੇ ਪਵਿੱਤਰ ਮੁਖ ਦੀ ਕ੍ਰਾਂਤੀ ਨੂੰ ਦੇਖਿਆ, ਨੇਤਰਾਂ ਦੇ ਵਿੱਚ ਹੰਝੂ ਪੂੰਝ ਦਿੱਤੇ, ਮਾਤਾ ਪੁੱਤਰ ਦੇ ਪਿਆਰ ਵਿੱਚ ਮਸਤ ਹੋ ਗਈ। ਪਛਤਾਪ ਕਰਤ ਜਤ ਮਾਹੀ, ਆਪਣੇ ਸੋਹਣੇ ਪੁੱਤਰ ਨੂੰ ਦੇਖ ਕੇ ਮਾਤਾ ਮਨ ਵਿੱਚ ਪਛਤਾਵਾ ਕਰਦੀ ਹੈ। ਹਮਰੇ ਸਦਨ ਏਕ ਸੁਧ ਆਹੀ, ਸਾਡੇ ਘਰ ਇੱਕੋ ਇੱਕ ਦਾ ਹੀ ਪੁੱਤਰ ਹੈ। ਬਾਲ ਕੈਸੇ ਆਪਨ ਪਰ ਇਹ ਕੋ, ਬਚਪਨ ਦੀ ਅਵਸਥਾ ਵਿੱਚ ਹੈ, ਬਾਲ ਪੈ ਸਹਿਦੀ ਬਚਪਨ ਦੀ ਉਮਰ ਹੈ, ਔਰ ਆਪਣ ਪਰਕੋ ਆਪਣੇ ਅਤੇ ਪਰਾਏ ਨੂੰ ਜਾਣਦਾ ਨਹੀਂ। ਆਨੰਦਾਵ ਨੇ ਦਾਨੇ ਘਰ ਕੋ, ਨਾ ਇਹ ਘਰ ਦੇ ਲਾਭ ਹਾਨੀ ਨੂੰ ਜਾਣਦਾ, ਵੀ ਘਰ ਦਾ ਨੁਕਸਾਨ ਹੁੰਦਾ ਹੈ ਕਿ ਫਾਇਦਾ ਹੁੰਦਾ, ਜਾਣਦਾ ਨਹੀਂ। ਵੱਡੋ ਹੋਏ ਸਮਝੈ ਸਭ ਰੀਤੀ, ਹਾਂ, ਵੱਡਾ ਹੋਵੇਗਾ ਸਭ ਪ੍ਰਕਾਰ ਦੀ ਰੀਤੀ ਨੂੰ ਸਮਝ ਆ ਜਾਵੇਗੀ। ਅਬ ਡਰ ਪਾਵਨ ਕੀ ਨੈ ਨੀਤੀ, ਮੈਂ ਜਦ ਕੀਤਾ ਪੁੱਤਰ ਨੂੰ ਝਿੜਕਣਾ ਨਹੀਂ ਚਾਹੀਦਾ ਸੀ। ਇਹ ਜਿਹੜੀ ਡਰਪਾਵਣ ਦੀ ਡਰਾਉਣ ਦੀ ਜਿਹੜੀ ਨੀਤੀ ਹੈ, ਇਹ ਮੈਨੂੰ ਹੁਣ ਨਹੀਂ ਵਰਤਣੀ ਚਾਹੀਦੀ। ਔਰ ਵਿਚਾਰ ਕਰ ਏ ਬਿਦ ਮਾਤਾ, ਰਾਜ ਵਿਚਾਰ ਕੇ ਇਸ ਤਰੀਕੇ ਮਾਤਾ ਤਜੇ ਅੰਗ ਤੇ ਹਿਤ ਸਵਰ ਮਾਤਾ ਨੇ ਤਾਤਾ, ਗੋਦੀ ਦੇ ਵਿੱਚੋਂ ਛੱਡ ਦਿੱਤਾ, ਬਹੁਤ ਪ੍ਰੇਮ ਕਰਕੇ ਪੁੱਤਰ ਨੂੰ। ਖੇਲਣ ਲਗੇ ਬਾਲ ਕਨ ਮਾਹੀ, ਸਤਿਗੁਰੂ ਦੀ ਛਾਲਾ ਮਾਰ ਕੇ ਫਿਰ ਭੱਜ ਕੇ ਬਾਲਕਾਂ ਨਾਲ ਖੇਡਣ ਲੱਗ ਪਏ। ਦੇ ਕੇ ਦਰਸ਼ਨ ਦੋ ਬਨ ਸਾਹੀ, ਜੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਨਾਲ ਦੋਖ ਨਸਾਈ ਦੋਸ਼ ਭੱਜ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਦੋਹਰਾ ਕਾਲੂ ਲਛਣ ਦੇ ਪਿਆਸਾ, ਉਧਰ ਜਦੋਂ ਪਿਤਾ ਕਾਲੂ ਜੀ ਨੇ ਵੀ ਆਪਣੇ ਪੁੱਤਰ ਦੇ ਇਹੋ ਜਿਹੇ ਲੱਛਣ ਦੇਖੇ, ਜੈ ਭਗਵਾਨ ਸੰਭਾਰ, ਉਸ ਵੇਲੇ ਯਾਦ ਆਏ ਜੋਤਸ਼ੀ ਦੇ ਪੰਡਤ ਹਰਦਿਆਲ ਦੇ ਕਹੇ ਹੋਏ ਵਚਨਾਂ ਨੂੰ ਯਾਦ ਕਰਦਾ ਹੈ। ਗਿਰਦ ਗੜੀ ਔਰ ਅਟਪਟੀ, ਜਦੋਂ ਜਾ ਕੇ ਗੱਲ ਕਰਦਾ ਪੰਡਤ ਦੇ ਨਾਲ, ਜੋਤਸ਼ੀ ਦੇ ਨਾਲ ਗੱਲਾਂ ਤਾਂ ਬਹੁਤ ਸੁਣਾ ਕੇ ਗਿਆ ਸੀ, ਤੇਰਾ ਪੁੱਤਰ ਇਹੋ ਜਿਹਾ ਨਿਕਲੂ, ਤੇਰਾ ਪੁੱਤਰ ਆਹ ਕਰੂ, ਚੌਰ ਝੁੱਲਣਗੇ, ਇਹ ਪਾਤਸ਼ਾਹੀ ਕਰੇਗਾ, ਇਹ ਤਾਂ ਨੁਕਸਾਨ ਹੀ ਕਰੀ ਜਾਂਦਾ। ਇਉਂ ਮਨ ਦੇ ਵਿੱਚ ਸੋਚਦਾ ਹੋਇਆ ਅਟਪਟੀਆਂ ਤੇ ਕੇ ਗਇਓ ਅਗਾਰ, ਉਹਦੇ ਘਰ ਦੇ ਅਗਾੜੀ ਚਲਿਆ ਗਿਆ, ਘਰ ਦੇ ਸਾਹਮਣੇ ਚਲਿਆ ਗਿਆ ਪੰਡਤ ਹਰਦਿਆਲ ਦੇ। ਚੌਪਈ ਦਿਲ ਕੋ ਦੇਖ ਬਦਨ ਤੇ ਬੋਲਿਓ, ਬ੍ਰਾਹਮਣ ਨੂੰ ਦੇਖ ਕੇ ਬਾਬਾ ਮਹਿਤਾ ਕਾਲੂ ਜੀ ਮੁਖ ਤੋਂ ਬੋਲੇ, ਭਲੋ ਆਪਣੇ ਜੋਤ ਸਟੋਲਿਓ, ਕਹਿੰਦੇ ਪੰਡਤ ਦਾ ਚੰਗਾ ਜੋਤ ਚਲਾਇਆ ਤੂੰ। ਤੁਮਰੋ ਕਯੋ ਨਾ ਪੁਰ ਪਾਏ ਕੋ, ਕਹਿੰਦੇ ਜਿੰਨੀਆਂ ਗੱਲਾਂ ਕਹਿ ਕੇ ਆਇਆ ਸੀ ਉਹਨਾਂ ਵਿੱਚੋਂ ਇੱਕ ਵੀ ਨਹੀਂ ਪੂਰੀ ਹੁਣ ਤੱਕ। ਵਰਣਨ ਕੀਨੇ ਗੁਣ ਜੋਰੇ ਤੂੰ ਤਾਂ ਕੋ, ਬਹੁਤ ਗੁਣ ਮੰਨਦਾ ਸੀ, ਬੜੇ ਗੁਣ ਅਨੇਕਾਂ ਦੱਸਦਾ ਸੀ, ਤੇਰਾ ਪੁੱਤਰ ਬੜਾ ਗੁਣੀ ਹੈ। ਏਕੇ ਲੱਛਣ ਤੇ ਮੈਂ ਪਰ ਜਾਣੀ, ਮੈਂ ਤਾਂ ਵੀ ਇਹਦੇ ਲੱਛਣ ਦੇਖ ਕੇ ਜਾਣ ਗਿਆ। ਅਨਹਾਨੀ ਹੋਏ ਮਨ ਅਨੁਮਾਨੀ, ਇਹ ਤਾਂ ਹੁਣ ਮੇਰੇ ਧਨ ਦੀ ਹਾਨੀ ਕਰੂਗਾ, ਇਹ ਨਹੀਂ ਮੈਨੂੰ ਕੋਈ ਫਾਇਦਾ ਪਹੁੰਚਾਉਣ ਵਾਲਾ। ਮੈਂ ਤਾਂ ਮਨ ਵਿੱਚ ਅਨੁਮਾਨ ਲਾ ਲਿਆ ਵੀ ਇਹ ਘਰੋਂ ਜਾਣੂਗਾ। ਭਲੋ ਸ਼ਤਰ ਮੇਰੇ ਧਾਮ ਫਿਰਾਇਓ, ਚੰਗਾ ਪੰਡਤ ਜੀ, ਤੁਸੀਂ ਮੇਰੇ ਘਰ ਦੇ ਉੱਤੇ ਛਤਰ ਫਰਾਇਆ ਹੈ। ਅਗਲੀ ਕੀਨੀ ਵਤ ਗਵਾਇਓ, ਜਿਹੜਾ ਕੁਝ ਪਹਿਲਾਂ ਹੈਗਾ ਸੀ ਘਰ ਦੇ ਵਿੱਚ ਉਹ ਵੀ ਗਵਾਈ ਜਾਂਦਾ ਪੁੱਤ ਤਾਂ। ਜੋ ਲੈਵੈ ਸੋ ਜਾਏ ਗਵਾਵੇ, ਜੋ ਲੈਂਦਾ ਜੋ ਹੱਥ ਵਿੱਚ ਆਇਆ ਜਾ ਕੇ ਗਵਾ ਆਉਂਦਾ ਹੈ। ਉਹ ਜੈ ਦੇ ਨ ਕਛੂ ਬਤਾਵੇ, ਜੇ ਪੁੱਛਦੇ ਆ ਤਾਂ ਅੱਗੋਂ ਕੁਝ ਦੱਸਦਾ ਵੀ ਨਹੀਂ। ਗਣਨਾ ਗਿਰੀ ਗੁਣੀ ਗਰਬੜੀ, ਪੰਡਤ ਜੀ ਮੈਨੂੰ ਲੱਗਦਾ ਹੈ ਵੀ ਤੁਸੀਂ ਐਵੇਂ ਗਿਣਤੀਆਂ ਗਿਣੀ ਗਏ, ਸਾਰੀਆਂ ਨਿਰਗੁਣੀ, ਐਵੇਂ ਖਾਲੀ ਵਿਅਰਥੀ ਨਿਕਲ ਜਾ। ਤੁਮ ਗੁਣਵਾਨ ਭਰੀ
ਅਨਬਣੀ ਹੈ ਤਾਂ ਵੀ ਪੰਡਤ ਜੀ ਤੂੰ ਵਿਦਵਾਨ ਨੇ, ਪਰ ਕਹਿੰਦੇ ਇਹ ਅਣਬਣੀ ਗੱਲ ਹੋ ਗਈ, ਤੇਰੇ ਕਹੇ ਮੁਤਾਬਕ ਹੋਇਆ ਨਹੀਂ ਕੁਝ ਵੀ। ਦੋਹਰਾ ਮਨ ਹਰ ਕਾਮਨ ਕੇ ਨਮਿਤ ਮੈਨੂੰ ਇਉਂ ਲੱਗਦਾ ਹੈ ਕਿ ਤੂੰ ਐਵੇਂ ਮੇਰੇ ਮਨ ਨੂੰ ਖੁਸ਼ ਕਰਨ ਵਾਸਤੇ ਮੁਝ ਸੋ ਕਿਦੋਂ ਸੁਣਾਏ ਮੈਨੂੰ ਲਿਆ ਕੇ ਬਣਾ ਕੇ ਗੱਲਾਂ ਸੁਣਾ ਦਿੱਤੀਆਂ ਚਾਰ। ਗਣਨਾ ਕਰਦੇ ਚੁੱਕ ਗਏ ਜਾਂ ਫਿਰ ਬਈ ਤੂੰ ਗਣਨਾ ਕਰਦਾ, ਜੋਤ ਲਾਉਂਦਾ ਹੋਇਆ ਚੁੱਕ ਗਿਆ, ਕਿਤੇ ਤੇ ਇੱਥੋਂ ਭੁੱਲ ਹੋ ਗਈ, ਕਿਦੋਂ ਨਾ ਜਾਣਿਓ ਜਾਏ ਜਾਣਿਆ ਨਹੀਂ ਜਾਂਦਾ ਵੀ ਹੋਇਆ ਕੀ ਹੈ। ਚਾਹੋ ਭਈ ਸੁਣ ਕਰ ਦਿਲਬਰ ਕਾਲੂ ਬਾਣੀ ਜਾਂ ਤੇਰੇ ਤੋਂ ਇਹ ਜਾਣਿਆ ਨਹੀਂ ਗਿਆ, ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਬੜੇ ਰੋਸ ਦੇ ਵਿੱਚ ਆ ਕੇ। ਦਿਜਬਰ ਨੇ ਸ੍ਰੇਸ਼ਟ ਬ੍ਰਾਹਮਣ ਜਿਹੜਾ ਪ੍ਰੋਹਿਤ ਹਰਦਿਆਲ ਹੈ, ਉਹ ਬਾਬੇ ਕਾਲੂ ਦੇ ਵਚਨ ਸੁਣ ਕੇ ਉਹਦੀ ਸ਼ਰਧਾ ਮੈਂ ਲਵ ਡਾਲੀ ਉਹਨੇ ਵੇਖਿਆ ਵੀ ਇਹਨਾਂ ਦੇ ਬੋਲਾਂ ਵਿੱਚ ਸ਼ਰਧਾ ਨਹੀਂ, ਅਸ਼ਰਧਾ ਵਿੱਚ ਲਪਟੇ ਹੋਏ ਬੋਲ ਹਨ। ਤੇ ਸੋਰ ਸ਼ਰਧਾ ਦੀ ਮਨ ਹੈਤੂ ਕਾਲੂ ਜੀ ਦੇ ਹਿਰਦੇ ਵਿੱਚ ਸ਼ਰਧਾ ਦੇਣ ਵਾਸਤੇ ਬੋਲਿਓ ਬਚਨ ਪਰ ਕੋਲ ਕੇਤੂ ਆਪਣੀ ਬੋਲਦਾ ਕੇਤੂ ਧਵਜ ਰੂਪ ਨਿਸ਼ਾਨ ਰੂਪ ਜਿਹੜਾ ਪੰਡਤ ਹਰਦਿਆਲ ਹੈ ਬੋਲਿਆ। ਇੱਕ ਲਛਣ ਮੈਂ ਤਬੀ ਹੀਰਾ ਕਹਿਣ ਲੱਗਾ ਕਾਲੂ ਜੀ ਇੱਕ ਲੱਛਣ ਮੈਂ ਉਸ ਵੇਲੇ ਹੋਰ ਵੀ ਦੇਖਿਆ ਸੀ। ਆਇਓ ਨਾ ਸੋ ਪਿਕ ਆਨੰਦ ਤੇਰਾ ਉਹ ਖੁਸ਼ ਬਹੁਤ ਸੀ, ਇਸ ਕਰਕੇ ਕੋਈ ਖੁਸ਼ੀ ਨੂੰ ਦੇਖ ਕੇ ਨਾ ਮੈਂ ਉਹ ਵਚਨ ਉਸ ਵੇਲੇ ਦੱਸਿਆ ਨਹੀਂ। ਪ੍ਰਗਟ ਭਇਓ ਮੈਂ ਸੋ ਅਬ ਜਾਣਿਓ ਕਹਿੰਦੇ ਉਹ ਲੱਛਣ ਹੁਣ ਪ੍ਰਗਟ ਹੋ ਗਿਆ, ਸਾਹਮਣੇ ਆ ਗਿਆ, ਮੈਂ ਜਾਣ ਲਿਆ ਹੈ। ਜੋ ਤੋ ਸੋ ਨੇ ਤਬੈ ਬਖਾਨਿਓ ਜਿਹੜਾ ਮੈਂ ਤੈਨੂੰ ਉਸ ਵੇਲੇ ਨਹੀਂ ਦੱਸਿਆ ਸੀ। ਬਾਲਕ ਦੇ ਸੁਨਮੰਦੀ ਦੇ ਜੇਤੇ ਉਹ ਗੱਲ ਇਹ ਹੈ ਕਿ ਜਿਹੜੀ ਦੱਸਣੋਂ ਰਹਿ ਗਈ ਸੀ, ਬਾਲਕ ਦੇ ਜਿੰਨੇ ਸੰਬੰਧੀ ਹੋਣਗੇ, ਇਹਦੇ ਮਾਤਾ, ਇਹਦੇ ਪਿਤਾ, ਇਹਦੀ ਸੱਸ ਤੇ ਸਹੁਰਾ ਆਦਿਕ ਮਹਿਮਾ ਲਖ ਨਾ ਸਕੈਂਗੇ ਇਹ ਤੇਤੇ ਹੋਵੇਗੀ ਤਾਂ ਮਹਿਮਾ ਇਹਦੀ ਬਹੁਤ, ਪਰ ਜਿਹੜੇ ਨੇੜੇ ਦੇ ਰਿਸ਼ਤੇਦਾਰ ਆ ਨਾ, ਇਹਦੀ ਮਹਿਮਾ ਨੂੰ ਜਾਣ ਨਹੀਂ ਸਕਣਗੇ। ਅਵਰ ਅਨੇਕ ਮਨ ਜਵਰ ਸਾਧੈ ਹੋਰ ਜਿਹੜੇ ਅਨੇਕਾਂ ਮਨੁੱਖ ਉਹ ਇਹਨਾਂ ਤੋਂ ਭਰੋਸਾ ਹੀ ਜਾਣਗੇ, ਬੜੇ ਲਾਭ ਲੈ ਜਾਣਗੇ। ਹੋਏ ਸਰਬੰਦੀ ਸੁਖ ਪਾਵੈ ਆ ਕੋਈ ਜਿਹੜਾ ਸੰਬੰਧੀ ਹੈ, ਕੋਈ ਇੱਕ ਅੱਧਾ, ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਸੁਖ ਪ੍ਰਾਪਤ ਕਰੇਗਾ, ਭੈਣ ਨਾਨਕੀ ਵਰਗਾ, ਭਈਆ ਜੈ ਰਾਮ ਵਰਗਾ। ਹੋਏ ਤਰਨ ਜਬ ਵਦੈ ਪ੍ਰਤਾਪਾ ਜਦੋਂ ਇਹ ਜਵਾਨ ਹੋਣਗੇ ਨਾ, ਉਹ ਇਹਨਾਂ ਦਾ ਤੇਜ ਪ੍ਰਤਾਪ ਬਹੁਤ ਵਧੇਗਾ। ਜੋ ਬਾਵਨ ਤ੍ਰੈ ਲੋਕ ਨੇ ਮਾਪਾ ਜਿਵੇਂ ਬਾਬਰ ਅਵਤਾਰ ਹੋਇਆ ਨਾ, ਉਹਨੇ ਤਿੰਨਾਂ ਲੋਕਾਂ ਨੂੰ ਢਾਈ ਕਰਮਾਂ ਵਿੱਚ ਮਾਪ ਲਿਆ ਸੀ, ਮਿਲ ਲਿਆ ਸੀ। ਪੀਰ ਪੀਰ ਮਾਨੈ ਗਿਆਨਾ ਇਹਨਾਂ ਨੂੰ ਇਹ ਵੀ ਸਾਰੀ ਧਰਤੀ ਦਾ ਭਰਮਣ ਕਰਨਗੇ, ਸਾਰੀ ਧਰਤੀ ਇਹਨਾਂ ਦੇ ਚਰਨਾਂ ਵਿੱਚ ਹੋਵੇਗੀ, ਔਰ ਵੱਡੇ ਵੱਡੇ ਪੀਰ ਅਤੇ ਵੱਡੇ ਵੱਡੇ ਮੀਰ ਰਾਜੇ ਮਹਾਰਾਜੇ ਇਹਨਾਂ ਨੂੰ ਆ ਕੇ ਮੰਨਣਗੇ। ਜੋ ਗੋਕਲ ਮਥੁਰਾ ਭਗਵਾਨਾ ਜਿਵੇਂ ਗੋਕਲ ਦੇ ਵਿੱਚ ਰਹਿੰਦਿਆਂ ਹੋਇਆਂ ਨੂੰ, ਮਥੁਰਾ ਦੇ ਵਿੱਚ ਰਹਿੰਦਿਆਂ ਹੋਇਆਂ ਨੂੰ ਭਗਵਾਨ ਕ੍ਰਿਸ਼ਨ ਜੀ ਨੂੰ ਲੋਕ ਆ ਕੇ ਮੰਨਦੇ ਸੀ, ਪਰ ਕੰਸ ਵਰਗੇ ਜਾਂ ਮਾਤਾ ਪਿਤਾ ਉਹ ਨਹੀਂ ਸਮਝ ਸਕੇ ਸੀ ਨਾ, ਕਹਿੰਦੇ ਇਸ ਤਰ੍ਹਾਂ ਤੁਸੀਂ ਨਹੀਂ ਸਮਝ ਸਕੋਗੇ। ਰਾਮਚੰਦ ਸੇ ਗੁਣੇ ਨਮਾਹੀ ਭਗਵਾਨ ਰਾਮਚੰਦਰ ਜੀ ਦੇ ਵਿੱਚ ਜਿਵੇਂ ਗੁਣ ਸੀ, ਜਿਵੇਂ ਇਹਨਾਂ ਵਿੱਚ ਵੀ ਗੁਣ ਹੈ। ਉਹ ਤੇ ਕੋਈ 14 ਕਲਾ, ਕੋਈ 16 ਕਲਾ ਸੰਪੂਰਨ ਹੋਇਆ ਹੈ, ਪਰ ਇਹ ਅੰਤ ਕਲਾ ਵਿੱਚ ਠਾਕੁਰ ਜੜਿਆ। ਸਤਿਗੁਰੂ ਜੀ ਸਰਬ ਕਲਾ ਸਮਰੱਥ ਹਨ। ਬਿਰਧ ਹੋਏ ਤਬ ਲਿਓ ਪਤਿਆਈ ਕਹਿੰਦੇ ਜਦੋਂ ਇਹ ਵੱਡੇ ਹੋ ਜਾਣਗੇ ਨਾ, ਉਸ ਵੇਲੇ ਕਹਿੰਦੇ ਤੁਸੀਂ ਇਸ ਗੱਲ ਦਾ ਪਤਿਆਵਾ ਲੈ ਲਿਓ। ਹੋਏ ਆਚਾਰਜ ਵਿਆਸ ਸਮਾਨੇ ਬੜੇ ਵਿਚਾਰੀਆ, ਬੜੇ ਸੁੰਦਰ ਕਥਾ ਵਾਰਤਾ ਕਰਨ ਵਾਲੇ ਵਿਆਸ ਮੁਨੀ ਵਰਗੇ ਹੋਣਗੇ। ਮਾਨਵ ਧਨ ਜੇ ਮਨ ਕਰ ਮਾਨੇ ਸਾਰੇ ਲੋਕ ਜਿਨ੍ਹਾਂ ਨੂੰ ਧੰਨ ਧੰਨ ਕਰਕੇ ਮੰਨਣਗੇ। ਦੋਰਾ ਸੁਤ ਪਰ ਸ਼ਰਧਾ ਕਰੋ ਆਪਣੇ ਪੁੱਤਰ ਦੇ ਉੱਤੇ ਹਿਰਦੇ ਵਿੱਚ ਸ਼ਰਧਾ ਰੱਖੋ। ਦਰਬ ਪ੍ਰੀਤ ਹਰ ਪੂਰ ਔਰ ਜਿਹੜੀ ਧਨ ਦੀ ਪਦਾਰਥਾਂ ਦੀ ਪ੍ਰੀਤੀ ਹੈ, ਇਹਨੂੰ ਕੂੜੀ ਜਾਣ ਕੇ, ਝੂਠੀ ਜਾਣ ਕੇ ਛੱਡ ਦਿਓ। ਧਰਮ ਰੂਪ ਪਰਮਾਤਮਾ ਇਹਦਾ ਪਰਮ ਸਰੂਪ ਪਰਮਾਤਮਾ ਦਾ ਹੀ ਰੂਪ ਹਨ। ਤਿਦੰ ਚਰਾਚਰ ਮੂਰ ਔਰ ਚੇਤਨ ਸਰੂਪ ਹਨ ਇਹ ਪਰਮਾਤਮਾ ਦਾ, ਔਰ ਚਰਾਚਰ ਮੂਰ, ਚੱਲ ਅਤੇ ਅਚਲ ਚੱਲਣ ਵਾਲੇ, ਜਿਵੇਂ ਜੀਵ ਚੱਲ ਸਕਦੇ ਆ, ਪੈਰਾਂ ਵਾਲੇ ਜਿਹੜੇ ਜਾਨਵਰ ਚੱਲ ਸਕਦੇ ਆ, ਤੇ ਅਚਲ ਜਿਵੇਂ ਪਹਾੜ ਹੈ, ਦਰਖਤ ਹੈ, ਉਹ ਸਾਰਿਆਂ ਦਾ ਮੂਲ, ਸਭ ਨੂੰ ਪੈਦਾ ਕਰਨ ਵਾਲੇ ਹਨ। ਚਾਉ ਪਈ ਇੱਕ ਪ੍ਰਭ ਵਿਪਰੈ ਕੀ ਬਰਬਾਣੀ ਸੋ ਇਸ ਪ੍ਰਕਾਰ ਜਿਹੜੀ ਹਿਤ ਪ੍ਰਦ, ਹਿਤ ਕਰਨ ਵਾਲੀ, ਪ੍ਰੇਮ ਵਾਲੀ ਜਿਹੜੀ ਬ੍ਰਾਹਮਣ ਦੀ ਬਾਣੀ ਸੀ, ਬੋਲ ਹਨ। ਮੁਖ ਬਰਿਆਸ ਕਉ ਕਾਜ ਮਾਨੀ ਉਹ ਸ੍ਰੇਸ਼ਟ ਬਾਣੀ ਨੂੰ ਸਾਧ ਸੰਗਤ ਜੀ ਜਿਵੇਂ
ਮੂੰਹ ਜੋੜ ਘੋੜਾ ਨਹੀਂ ਹੁੰਦਾ ਤੇ ਉਹ ਛੇਤੀ ਕਿਤੇ ਕਾਬੂ ਨਹੀਂ ਆਉਂਦਾ ਹੁੰਦਾ, ਉਹਦੇ ਮੂੰਹ ਵਿੱਚ ਕਪਕਾ ਚਾਪ ਉਹਦੇ ਮੂੰਹ ਵਿੱਚ ਦੇਈਦਾ, ਮੂੰਹ ਤਾਣੇ ਘੋੜੇ ਦੇ ਮੂੰਹ ਵਿੱਚ ਲਗਾਮ ਦੇਈਦੀ ਆ, ਆਪਣੇ ਆਪ ਤਾਂ ਲਗਾਮ ਪਵਾਉਂਦਾ ਨਹੀਂ। ਇਸੇ ਤਰ੍ਹਾਂ ਇਹ ਜਿਹੜੇ ਪੰਡਤ ਜੀ ਦੇ ਬੋਲ ਹੈ, ਚੰਗੇ ਤਾਂ ਨਾ ਲੱਗੇ, ਮਹਿਤਾ ਕਾਲੂ ਜੀ ਨੂੰ ਕੋਈ ਜ਼ਿਆਦਾ ਤਸੱਲੀ ਨਾ ਹੋਈ, ਪਰ ਫਿਰ ਵੀ ਉਹ ਅੜੀਅਲ ਘੋੜੇ ਉੱਤੇ ਜਿਵੇਂ ਲਗਾਮ ਪਾਈ ਦੀ ਹੈ, ਇਹਨਾਂ ਨੇ ਮੰਨ ਲਏ। ਇਹਨਾਂ ਦੇ ਮੁਖ ਦੇ ਵਿੱਚ ਮੱਲੋ ਮੱਲੀ ਉਹ ਵਚਨ ਦਿੱਤੇ, ਅਰਨਵਮੀ ਕੀਰਤੀ ਜਲਾ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਅੰਮ੍ਰਿਤ ਦੇ ਵਰਗੀ ਬਾਤਚੀਤ, ਸਤਿਗੁਰ ਪ੍ਰਤੀ ਜਿਹੜੇ ਗੱਲਬਾਤ ਵਚਨ ਕੀਤੇ, ਜਿਨ ਕੀ ਉਕਤ ਸਮੁਖ ਤਨ ਮਾਲਾ। ਸੋ ਇਹ ਇਉਂ ਜਾਣ ਲਓ ਵੀ ਜਿਵੇਂ ਸੁੰਦਰ ਮੋਤੀਆਂ ਦੀ ਮਾਲਾ ਹੁੰਦੀ ਹੈ ਨਾ, ਇਸ ਪ੍ਰਕਾਰ ਦੇ ਸੋਹਣੇ ਵਚਨ ਪੰਡਤ ਜੀ ਨੇ ਕੀਤੇ। ਸਾਗ ਬਣਕ ਜਿਉ ਕੀਮਤ ਤਾਹੀ। ਔਰ ਜਿਹੜੇ ਸੁੰਦਰ ਮੋਤੀਆਂ ਦੀ ਮਾਲਾ ਹੈ, ਹੁਣ ਜਿਹੜਾ ਸਾਗ ਦਾ ਵਪਾਰੀ ਹੈ ਉਹ ਮੋਤੀਆਂ ਦੇ ਮੁੱਲ ਥੋੜੇ ਜਾਣ ਸਕਦਾ ਹੈ। ਲੈ ਜਾਣੇ ਕਾਲੂ ਮਨ ਮਾਹੀ। ਸੁੰਦਰ ਵਚਨ ਪੰਡਤ ਜੀ ਨੇ ਕੀਤੇ, ਪਰ ਕਾਲੂ ਜੀ ਨੇ ਮਨ ਦੇ ਵਿੱਚ ਜਾਣੇ ਨਹੀਂ, ਇਹਨਾਂ ਦਾ ਕੋਈ ਮੁੱਲ ਨਾ ਪਾਇਆ। ਨਿਰਜਨ ਕੇਤ ਕੋ ਤੁਨ ਚਲੇ ਆਇਓ। ਫਿਰ ਆਪਣੇ ਘਰ ਨੂੰ ਵਾਪਸ ਚਲੇ ਆਏ। ਜਗਤ ਕਾਜ ਹਿਰਦਾ ਬਿਰਮਾਇਓ। ਜਗ ਦੇ ਕਾਜ ਹਾਰ ਵਿੱਚ ਇਹਨਾਂ ਦਾ ਹਿਰਦਾ ਪਰਚ ਗਿਆ। ਬਹੁਰ ਅਸਤ ਐਨ ਪਤ ਭਇਓ। ਫਿਰ ਸਾਧ ਸੰਗਤ ਜੀ ਜਿਹੜਾ ਸੂਰਜ ਦਿਨ ਦਾ ਢਲਾ ਹੋ ਗਿਆ, ਦਿਨ ਦਾ ਸਾਧ ਸੰਗਤ ਜੀ ਦਿਨ ਖਤਮ ਹੋਣ ਵਾਲਾ ਹੋ ਗਿਆ, ਸੂਰਜ ਢਲ ਗਿਆ। ਭਈ ਭਾਵਰ ਗੁਰ ਗ੍ਰਹਿ। ਰਾਤ ਪੈ ਗਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਘਰ ਆਏ। ਏਰਤ ਮਾਤ ਰੂਪ ਬਲ ਮਾਤਾ ਜਾਵੇ। ਆਪਣੇ ਪੁੱਤਰ ਦਾ ਰੂਪ ਦੇਖ ਕੇ ਬਲਹਾਰ ਕੁਰਬਾਨ ਜਾਂਦੀ ਹੈ। ਪਾਨ ਆਪਣੇ ਬੋਝ ਖਵਾਵੇ। ਆਪਣੇ ਹੱਥੀਂ ਆਪਣੇ ਪੁੱਤਰ ਨੂੰ ਭੋਜਨ ਛਕਾਇਆ। ਦੋਰਾ ਐ ਪਿਆਏ ਪੁਨ ਬਾਤ ਲੈ। ਪੁੱਤਰ ਨੂੰ ਦੁੱਧ ਪਿਲਾ ਕੇ ਫਿਰ ਮਾਤਾ ਨਾਲ ਲੈ ਕੇ ਸੂਤੀ ਸੁਲਟ ਪਰਿਅੰਕ। ਮਾਤਾ ਆਪਣੇ ਪਲੰਘੇ ਦੇ ਉੱਤੇ, ਬੈੱਡ ਦੇ ਉੱਤੇ, ਸੋਹਣੇ ਪਲੰਘੇ ਦੇ ਉੱਤੇ ਲੈ ਕੇ ਪੁੱਤਰ ਨੂੰ ਪੈ ਗਈ। ਪਰਗ ਜੁੜੇ ਸੁੰਦਰ ਬਦਨ। ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਜਿਹੜੀਆਂ ਪਲਕਾਂ ਸੁੰਦਰ ਹੈ, ਉਹ ਜੁੜ ਗਈਆਂ, ਨੇਤਰ ਬੰਦ ਹੋ ਗਏ। ਸਦਨ ਹਿਲਾਦ ਨਿਅੰਕ। ਸਤਿਗੁਰੂ ਜੀ ਦਾ ਸੋਹਣਾ ਜਿਹੜਾ ਮੁਖੜਾ ਜਿਵੇਂ ਕਮਲ ਖਿੜਿਆ ਹੁੰਦਾ, ਇਸ ਪ੍ਰਕਾਰ ਹੈ। ਕਉ ਭਈ ਸਵਾ ਜਾਮ ਜਬਰੇ ਕਰਜਮਾ। ਜਦੋਂ ਸਾਧ ਸੰਗਤ ਰਾਤ ਸਵਾ ਪਹਿਰ ਰਹਿ ਗਈ ਬਾਕੀ, ਜਨਨੀ ਸੁਪਨਾ ਬਿਧ ਅਗਰਮਾ। ਮਾਤਾ ਤ੍ਰਿਪਤਾ ਨੇ ਇੱਕ ਬੜਾ ਸੁੰਦਰ ਸੁਪਨਾ ਦੇਖਿਆ। ਸੁੰਦਰ ਦੁਤ ਬ੍ਰਿੰਦਾਦੁਕ ਬਿੰਦਰਾ। ਬੜੀ ਸੁੰਦਰ ਕ੍ਰਾਂਤੀ ਦੇ ਸਹਿਤ, ਸ਼ੋਭਾ ਦੇ ਸਹਿਤ ਆਨੰਦ ਦਾ ਘਰ ਹੈ। ਮਿਲ ਕਰ ਆਏ ਕਰਤਾ ਨੰਦਾ। ਬਹੁਤ ਸਾਰੇ ਦੇਵਤੇ ਜਿਹੜੇ ਸਾਧ ਸੰਗਤ ਜੀ ਮਿਲ ਕੇ ਆਏ ਖੁਸ਼ੀਆਂ ਕਰਦੇ ਹਨ। ਮੰਜਲ ਕੁਸਮਾਂਜਲ ਮਲਿਆਕਰ। ਆਪਣੇ ਹੱਥਾਂ ਦੇ ਵਿੱਚ, ਬੁੱਕਾਂ ਦੇ ਵਿੱਚ, ਅੰਜਲਾਂ ਦੇ ਵਿੱਚ ਉਹਨਾਂ ਨੇ ਫੁੱਲ ਫੜੇ ਹੋਏ ਆ, ਔਰ ਇਸ ਪ੍ਰਕਾਰ ਕੁਸਮਾਂਜਲ ਹੱਥ ਦੇ ਵਿੱਚ, ਮਲਿਆਕਰ ਚੰਦਰ ਇਤਿਆਦਿ ਫੜਿਆ ਹੋਇਆ ਹੈ। ਘਰ ਕਪੂਰ ਪਰ ਗੰਧ ਉਜਾਗਰ। ਆਪਣੇ ਵਿੱਚ ਕਪੂਰ, ਹੋਰ ਜਿਹੜੀਆਂ ਪ੍ਰਗਟੀ ਸੁਗੰਧੀਆਂ ਉਹਨਾਂ ਨੇ ਹੱਥਾਂ ਵਿੱਚ ਲਈਆਂ ਹੋਈਆਂ ਹਨ। ਦੇਖਾ ਇੱਕ ਸਿੰਘਾਸਨ ਸੁੰਦਰ। ਇਹ ਦੇਖਦੇ ਆ ਕਿ ਇੱਕ ਸੁੰਦਰ ਸਿੰਘਾਸਨ ਸੁਪਨੇ ਵਿੱਚ ਦਿਖਾਈ ਦਿੱਤਾ। ਸੋਚੇ ਮਾਨਕ ਘਟ ਰੁਚਰੰਦਰ। ਜਿਹੜਾ ਬੜਾ ਸੁੰਦਰ ਸੁੱਚੇ ਮੋਤੀਆਂ ਨਾਲ ਜੜਿਆ ਹੋਇਆ ਹੈ। ਤਾ ਪਰ ਏਰਾ ਨਿਜ ਸੁਧ ਬੈਸਾ। ਇਹ ਦੇਖਦੇ ਆ ਮਾਤਾ ਜੀ ਕਿ ਮੇਰਾ ਪੁੱਤਰ ਨਾਨਕ ਉਸ ਸਿੰਘਾਸਨ ਤੇ ਬੈਠਾ ਹੈ। ਸ਼ੋਭਾ ਕੋਟ ਕਾਮਨੇ ਤੈਸਾ। ਐਸੀ ਕਾਮਦੇਵ ਦੀ ਵੀ ਸ਼ੋਭਾ ਨਹੀਂ, ਉਹ ਵੀ ਸੁੰਦਰ ਨਹੀਂ ਲੱਗਦਾ ਜਿੰਨਾ ਮੇਰਾ ਪੁੱਤਰ ਸ਼ੋਭ ਰਿਹਾ ਹੈ। ਦਿਲ ਜੁਰ ਜਜੈ ਅੰਜਲੀ ਜੋਰੀ। ਔਰ ਇਸ ਪ੍ਰਕਾਰ ਇਹ ਜਿਹੜੇ ਦੇਵਤੇ ਆ, ਉਹ ਸਾਧ ਸੰਗਤ ਜੀ ਹੱਥ ਜੋੜ ਜੋੜ ਕੇ ਇਹਨਾਂ ਦੀ ਪੂਜਾ ਕਰਦੇ, ਨਮਸਕਾਰਾਂ ਕਰਦੇ ਹਨ। ਭੰਤ ਬਿਨੈ ਮਨ ਪ੍ਰੀਤ ਨਾ ਥੋਰੀ। ਔਰ ਇਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕਰ ਰਹੇ ਆ, ਬੇਨਤੀਆਂ ਕਰਦੇ ਆ। ਮਨ ਵਿੱਚ ਪ੍ਰੀਤ ਥੋੜੀ ਨਹੀਂ ਬਲਕਿ ਬਹੁਤ ਪ੍ਰੀਤ ਹੈ ਇਹਨਾਂ ਦੇ। ਦੋਹਰਾ ਉਸਤਤ ਬਕੈਨ ਕੁਦਤ। ਇਸ ਪ੍ਰਕਾਰ ਇਹ ਬੜੀ ਉਸਤਤੀ ਕਰਦੇ ਹਨ ਅਨੇਕਾਂ ਤਰੀਕਿਆਂ ਨਾਲ। ਜੈ ਜੈ ਬਦਨੋ ਤਾਰ। ਦੇਵਤਿਆਂ ਦੇ ਜੈ ਜੈਕਾਰ ਦੇ, ਧੰਨ ਗੁਰੂ ਨਾਨਕ ਤੇਰੀ ਜੈ ਹੋਵੇ, ਧੰਨ ਗੁਰੂ ਨਾਨਕ ਤੇਰੀ ਜੈ ਹੋਵੇ, ਇਸ ਤਰ੍ਹਾਂ ਵਚਨ ਉਚਾਰੇ। ਪਾਵਨ ਪਰਮ ਪ੍ਰਾਤਨ। ਤੁਸੀਂ ਬਹੁਤ ਹੀ ਪਵਿੱਤਰ ਔਰ ਪਰਮ ਵੱਡੇ ਤੇ ਪੁਰਾਤਨ
ਸਭ ਤੋਂ ਪਹਿਲੇ ਪੁਰਖ ਨ ਪਹਿਲੇ ਪਾਰਾਵਾਰ ਪੁਰਖੋਂ ਭਾਵ ਅਕਾਲ ਪੁਰਖੋਂ ਤੁਹਾਡਾ ਕੋਈ ਪਾਰਾਵਾਰ ਨਹੀਂ, ਕੋਈ ਆਦਿ ਅੰਤ ਨਹੀਂ ਹੈ। ਚਉਪਈ ਧਰ ਅਲੰਬ ਕੇ ਦੇਵਨ ਇਸ ਹੈਤੂ ਪ੍ਰਕਾਰ ਇਹਨਾਂ ਦੇਵਤਿਆਂ ਨੂੰ ਹੌਸਲਾ ਦੇਣ ਵਾਸਤੇ, ਸਹਾਰਾ ਦੇਣ, ਆਸਰਾ ਦੇਣ ਵਾਸਤੇ ਪ੍ਰਗਟੇ ਸ੍ਰੀ ਦੇਤੀ ਕੁਲ ਤੁਸੀਂ ਕੇਤੂ ਬੇਦੀ ਕੁਲ ਦੇ ਵਿੱਚ ਧਵਜਾ ਬਣ ਕੇ, ਨਿਸ਼ਾਨ ਬਣ ਕੇ ਪ੍ਰਗਟ ਹੋਏ ਹੋ। ਭਗਤ ਜਗਤ ਮਦ ਬਿਦਤ ਕਰਨ ਕੋ ਔਰ ਜਗਤ ਦੇ ਵਿੱਚ, ਸੰਸਾਰ ਦੇ ਵਿੱਚ ਭਗਤਾਂ ਨੂੰ ਪ੍ਰਗਟ ਕਰਨ ਦੇ ਲਈ ਹਰ ਮਲ ਦੁਟਣ ਦੰਬ ਧਰਨ ਕੋ ਔਰ ਪਾਪਾਂ ਨੂੰ, ਪਾਪੀਆਂ ਨੂੰ, ਦੁਸ਼ਟਾਂ ਨੂੰ, ਦੰਭੀਆਂ ਨੂੰ ਗਾਲਣ ਦੇ ਵਾਸਤੇ, ਪਖੰਡੀਆਂ ਨੂੰ ਖਤਮ ਕਰਨ ਵਾਸਤੇ ਚਉਪਈ ਕਲ ਮੈਂ ਪਾਵਨ ਪੰਥ ਨਰਨ ਔਰ ਕੋ ਕਲਯੁਗ ਦੇ ਵਿੱਚ ਪਵਿੱਤਰ ਰਸਤਾ ਮਨੁੱਖਾਂ ਨੂੰ ਦੇਣ ਵਾਸਤੇ ਪ੍ਰਦ ਸਦ ਸੰਗਤ ਜਗਤ ਤਰਨ ਕੋ ਔਰ ਸੰਸਾਰ ਨੂੰ ਤਾਰਨ ਵਾਸਤੇ ਆਪ ਹੀ ਸਤ ਸੰਗਤ ਬਖਸ਼ਣ ਵਾਲੇ ਹੋ। ਨਾਮ ਜਪਾਵਨ ਧਿਆਨ ਚਰਨ ਔਰ ਕੋ ਨਾਮ ਜਪਾਉਣ ਵਾਸਤੇ ਆਏ ਹੋ, ਤੁਹਾਡੇ ਚਰਨਾਂ ਦਾ ਧਿਆਨ ਧਰਦੇ ਹਨ ਸਭ। ਭਗਤਨ ਦੁਖ ਹਾ ਜਨਮ ਮਰਨ ਭਗਤਾਂ ਕੋ ਦੇ ਦੁੱਖ ਨੂੰ ਦੂਰ ਕਰਨ ਵਾਲੇ ਹੋ ਤੇ ਜਨਮ ਮਰਨ ਨੂੰ ਖਤਮ ਕਰਨ ਵਾਲੇ ਹੋ। ਦੀਨ ਆਸਰਾਈ ਕਸ਼ਰਨ ਜੇ ਕੋ ਆਪਣੇ ਚਰਨਾਂ ਕਮਲਾਂ ਦਾ ਆਸਰਾ ਦੇ ਕੇ ਤੁਸੀਂ ਸ਼ਰਨ ਦਿੰਦੇ ਹੋ। ਪਮਤ ਕੁਚਾਲ ਕਰਮ ਹਰਨ ਔਰ ਕੋ ਮਤ ਭੈੜੀ ਬੁੱਧੀ, ਕੁਚਾਲ ਭੈੜੀ ਚਾਲ ਔਰ ਕੁਕਰਮ ਜਿਹੜੇ ਭੈੜੇ ਕਰਮ ਹਨ ਉਹਨਾਂ ਨੂੰ ਖਤਮ ਕਰਨ ਵਾਸਤੇ ਪੀਰ ਵੇਰ ਸਦ ਦਰਪ ਸ਼ਰਨ ਔਰ ਕੋ ਪੀਰਾਂ ਨੂੰ, ਵੀਰਾਂ ਨੂੰ, ਰਾਜੇ ਮਹਾਰਾਜਿਆਂ ਨੂੰ, ਸਿੱਧਾਂ ਨੂੰ, ਸਾਰਿਆਂ ਨੂੰ ਦਰਪ ਸ਼ਰਨ ਕੋ, ਉਹਨਾਂ ਦੇ ਮਾਣ ਹੰਕਾਰ ਨੂੰ ਦੂਰ ਕਰਨ ਵਾਸਤੇ ਵਾਹਿਗੁਰੂ ਦੇ ਜਾਪ ਰਨ ਕੋ ਵਾਹਿਗੁਰੂ ਦੇ ਜਾਪ ਨੂੰ ਜਪਾਉਣ ਵਾਸਤੇ ਤੁਸੀਂ ਆਏ ਹੋ। ਦੋਹਰਾ ਏ ਬਿਦ ਬਿਬਦ ਸੁਬਦਨ ਬਦ ਇਸ ਪ੍ਰਕਾਰ ਜਿਹੜੇ ਦੇਵਤੇ ਹਨ ਸੋ ਸਾਰਿਆਂ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਸਤਤ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਦੇ ਵਚਨ ਆਪਣੇ ਮੁਖੋਂ ਆ ਕੇ ਹਰ ਅਰਵਿੰਦ ਮਨਾਏ ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਨੂੰ ਪੂਜਿਆ। ਗਏ ਆਪਣੇ ਲੋਕ ਆਪੋ ਕੋ ਆਪਣੇ ਲੋਕ ਨੂੰ, ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ। ਜੈ ਜੈ ਕੇ ਜੋ ਆਏ ਜਿੱਥੋਂ ਜਿੱਥੋਂ ਜਿਹੜੇ ਦੇਵਤੇ ਆਏ ਸਨ। ਕਹੋ ਭਈ ਅਚਰਜ ਭਈ ਹੇਰ ਕਰ ਮਾਤਾ ਮਾਤਾ ਬੜੀ ਹੈਰਾਨ ਹੋਈ ਦੇਖ ਕੇ ਸੁਪਨੇ ਵਿੱਚ ਜਾਨੀ ਪਰੈ ਨ ਗਤ ਨਿਜ ਤਾਤਾ ਇਹ ਜਾਣੀ ਨਹੀਂ ਜਾਂਦੀ ਆਪਣੇ ਪੁੱਤਰ ਦੀ ਗਤੀ। ਭਈ ਗੁਰਦੈ ਮੈਂ ਸੰਭਰਮ ਜਾਗੀ ਮਨ ਦੇ ਵਿੱਚ ਕੁਝ ਭਰਮ ਪੈਦਾ ਹੋ ਗਿਆ, ਕੁਝ ਸ਼ੰਕਾ ਪੈਦਾ ਹੋ ਗਿਆ ਜਦੋਂ ਜਾਗੇ ਹਨ ਮਾਤਾ ਜੀ। ਸੁਧ ਵੈ ਸਭ ਦੇਖਣ ਲੱਗੀ ਉਸ ਵੇਲੇ ਆਪਣੇ ਪੁੱਤਰ ਨੂੰ ਮਾਤਾ ਜੀ ਦੇਖਣ ਲੱਗੇ। ਚੰਦਨ ਸੋ ਚਰਚਤੈ ਸਾਰੇ ਸਾਰੇ ਅੰਗਾਂ ਨੂੰ ਦੇਖਿਆ, ਸਤਿਗੁਰੂ ਜੀ ਦੇ ਨੂੰ ਅਵੈਵ ਨਾਮ ਅੰਗਾਂ ਦਾ ਚੰਦਨ ਸੋ ਚਰਚਿਤ ਹੈ ਸਾਰੇ। ਕੀ ਦੇਖਦੇ ਆ ਕਿ ਚੰਦਨ ਛਿੜਕਿਆ ਪਿਆ, ਇਹਨਾਂ ਉੱਤੇ ਬੜੀਆਂ ਸੁਗੰਧੀਆਂ ਆ ਰਹੀਆਂ ਹਨ। ਬਹੁ ਸੁਗੰਧ ਜੋ ਜਲੇ ਨਿਹਾਰੇ ਔਰ ਜਿੱਥੇ ਨੂੰ ਮਾਤਾ ਜੀ ਦੇਖਦੇ ਆ ਸਰੀਰ ਦੇ ਉੱਤੇ ਉਹੀ ਜਿਹੜੇ ਸੁਪਨੇ ਵਿੱਚ ਦੇਵਤਿਆਂ ਨੇ ਚੰਦਨ ਫੁੱਲ ਆਦਿ ਸੁੱਟ ਕੇ ਪੂਜਾ ਕੀਤੀ ਸੀ ਨਾ, ਉਹ ਲਾਤਾਂ ਸਤਿਗੁਰੂ ਜੀ ਦੇ ਸਰੀਰ ਵਿੱਚ ਆਉਂਦੀਆਂ ਤੱਕੀਆਂ। ਸੰਭਰਮ ਮਨ ਨੈਤਰਤਾ ਹੋਈ ਮਾਤਾ ਦੇ ਮਨ ਦੇ ਵਿੱਚ ਕੁਝ ਹੋਰ ਭਰਮ ਪੈਦਾ ਹੋ ਗਿਆ। ਕਿਦੋਂ ਸਾਜ ਕੈ ਸੁਪਨਾ ਸੋਈ ਮਾਤਾ ਜੀ ਸੋਚਦੇ ਆ ਕਿ ਸੁਪਨਾ ਸੱਚ ਸੀ ਜਾਂ ਅਸਲ ਦੇ ਵਿੱਚ ਹੀ ਸੀ ਸਭ ਕੁਝ। ਹਿਰਦੈ ਵਿਚਾਰ ਤਿਆਰਤ ਮਾਤਾ ਕਿਉਂ ਮਾਤਾ ਜੀ ਹਿਰਦੇ ਵਿੱਚ ਵਿਚਾਰ ਤੋਂ ਬੜੇ ਵਿਆਕੁਲ ਹੋ ਗਏ। ਨਿਰਨੈ ਹੋਏ ਨਾ ਏਕੈ ਬਾਤਾ ਇਹ ਇੱਕ ਗੱਲ ਦਾ ਨਿਰਣਾ ਨਹੀਂ ਹੋ ਰਿਹਾ ਕਿ ਮੈਂ ਸੁਪਨਾ ਦੇਖਿਆ ਸੀ ਜਾਂ ਸੱਚੀ ਦੇਵਤੇ ਮੈਨੂੰ ਸਾਹਮਣੇ ਦਿਖਾਈ ਦਿੱਤੇ ਆ ਮੇਰੇ ਪੁੱਤਰ ਦੀ ਪੂਜਾ ਕਰਦੇ। ਸੁਰ ਕੀ ਮਹਿਮਾ ਮਨ ਮੈਂ ਮਾਨੀ ਉਸ ਵੇਲੇ ਮਾਤਾ ਜੀ ਨੇ ਫਿਰ ਨਿਰਣਾ ਕਰ ਲਿਆ, ਫੈਸਲਾ ਕੀਤਾ, ਆਪਣੇ ਪੁੱਤਰ ਦੀ ਮਹਿਮਾ ਮਨ ਵਿੱਚ ਮੰਨ ਲਈ ਵੀ ਇਹ ਕੋਈ ਅਵਤਾਰੀ ਪੈਗੰਬਰ ਹੈ। ਇਹ ਅਵਤਾਰ ਸਤ ਚਿਤ ਜਾਨੀ ਮਨ ਦੇ ਵਿੱਚ ਇਹ ਗੱਲ ਸੱਚ ਕਰਕੇ ਜਾਣ ਲਈ ਕਿ ਇਹ ਕੋਈ ਅਵਤਾਰ ਹੈ। ਦੋਹਰਾ ਜਿਸ ਕੇ ਪਦ ਅਰਵਿੰਦ ਕੋ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਚਰਨਾਂ ਕਮਲਾਂ ਨੂੰ ਇਹ ਗੁਰੂ ਬੁਲਾਏ ਦੇਵਤੇ ਆ ਕੇ ਜਿਹੜੇ ਪੂਜਦੇ ਹਨ। ਕਰੀ ਆਪ ਕਿਤ ਪ੍ਰੀਤ ਸੋ ਮਾਤਾ ਜੀ ਨੇ ਫਿਰ ਸਾਧ ਸੰਗਤ ਜੀ ਉਸ ਵੇਲੇ ਆਪਣੇ ਪੁੱਤਰ ਦੇ ਨਾਲ ਪ੍ਰੀਤੀ ਕੀਤੀ। ਬਾਰ ਬਾਰ ਸਰਨਾਏ ਸੋ ਇਹ ਜਾਣ ਕੇ ਕਿ ਦੇਵਤਿਆਂ ਨੇ ਇਹਨਾਂ ਦੀ ਪੂਜਾ ਕੀਤੀ ਹੈ, ਵਾਰ-ਵਾਰ ਸਿਰ ਨਵਾਇਆ ਹੈ। ਕਹੋ ਭਈ ਆਵੇ ਦੇ ਸੁਪਨੇ ਕੀ ਨਾਈ ਮਾਤਾ ਜੀ ਕਹਿੰਦੇ ਆ ਕਿ ਮੈਂ ਦੇਖਿਆ ਸਾਰਾ ਕੁਝ ਇਹ ਸੁਪਨੇ ਵਾਂਗ ਹੀ। ਅਗਲੋ ਕਰ ਜੋ ਬਿਰਦ ਦਿਸਾਈ ਪਰ ਕਹਿੰਦੇ ਹੁਣ ਮੈਂ ਪ੍ਰਤੱਖ
ਦੇਖ ਲਿਆ ਕਿ ਹੁਣ ਤੱਕ ਵੀ ਇਹਨਾਂ ਦੇ ਸਰੀਰ ਦੇ ਉੱਤੇ ਉਹ ਚੰਦਨ ਆਦਿਕ ਦਾ ਛਿੜਕਾਅ ਕੀਤਾ ਹੋਇਆ ਹੈ। ਚਿਤ ਵਿਚਾਰ ਕਰਤਿਓ ਪ੍ਰਭਾਤੋ ਕਿਉਂ ਚਿੱਤ ਦੇ ਵਿੱਚ ਵਿਚਾਰ ਕਰਦਿਆਂ ਹੋਇਆ ਪ੍ਰਭਾਤ ਸਵੇਰ ਵੇਲਾ ਹੋਇਆ, ਕੜਿਓ ਤੁਮਾਰ ਕੰਡ ਬਗਿਆਤੋ ਸੂਰਜ ਪਰਕ ਹੀ ਚੜ ਗਿਆ। ਜਾਨੀ ਨਾਨਕ ਜੀ ਮਨ ਮਾਤਾ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਾਨਕ ਜੀ ਨੇ ਆਪਣੀ ਮਾਤਾ ਜੀ ਦੇ ਮਨ ਦੀ ਜਦੋਂ ਅਵਸਥਾ ਗੱਲ ਨੂੰ ਜਾਣਿਆ, ਤਾਨ ਗਈ ਤਬ ਮੋਹ ਨਾਤਾ ਉਸੇ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਮਾਤਾ ਦੇ ਮਨ ਦੇ ਉੱਤੇ ਮੋਹ ਦੀ ਕਨਾਤ ਤਾਣ ਦਿੱਤੀ। ਜਾਗੇ ਪੁਨ ਕਰਕੇ ਮੁਖ ਰੁਖਾ ਉਸ ਵੇਲੇ ਸਤਿਗੁਰੂ ਜੀ ਜਾਗੇ ਹਨ ਤੇ ਮੂੰਹ ਰੁੱਖਾ ਜਾਂ ਸੁੱਕਾ ਜਾਂ ਕਰਕੇ ਬੋਲੇ, ਤੈ ਮਾਤ ਦੇ ਭੋਜਨ ਭੁਖਾ ਕਹਿਣ ਲੱਗੇ ਮਾਤਾ ਜੀ ਭੋਜਨ ਦਿਓ, ਮੈਨੂੰ ਭੁੱਖ ਲੱਗੀ ਹੈ। ਜਿਸ ਕੀ ਬੋਲੀ ਸਗਲ ਵਿਚਾਰਾ ਉਸੇ ਵੇਲੇ ਸਤਿਗੁਰੂ ਨੇ ਐਸੀ ਕਲਾ ਵਰਤਾਈ, ਮਾਤਾ ਨੂੰ ਰਾਤ ਵਾਲਾ ਸਭ ਕੁਝ ਜੋ ਦੇਖਿਆ ਸੀ ਦੇਵਤੇ ਪੂਜਾ ਕਰਦੇ ਭੁੱਲ ਭੁਲਾ ਗਿਆ। ਲਗੀ ਹਿਰਦੇ ਸੁਤ ਮੈਂ ਉਸੇ ਪੁਕਿਆਰਾ ਅਵਸਥਾ ਵਿੱਚ ਆ ਕੇ ਦੇਖਦੇ ਆ ਵੀ ਮੇਰੇ ਪੁੱਤ ਨੂੰ ਭੁੱਖ ਲੱਗੀ ਹੈ। ਤਦ ਸੋ ਅਸਨ ਦੀਨੇ ਤਖਾਨੇ ਇਹਦੇ ਨਾਲ ਚੌਲ ਭੋਜਨ ਮਾਤਾ ਨੇ ਛਕਣ ਵਾਸਤੇ ਦਿੱਤੇ। ਜੋ ਆਗੇ ਜਾਣੇ ਜੋ ਜਿਵੇਂ ਅੱਗੇ ਜਾਣੇ ਜਾਣਦੇ ਸੀ ਮੇਰਾ ਪੁੱਤਰ ਹੈ, ਉਸੇ ਤਰ੍ਹਾਂ ਹੁਣ ਜਾਣਨ ਲੱਗ ਪਏ ਵੀ ਇਹ ਮੇਰਾ ਪੁੱਤਰ ਨਾਨਕ ਹੈ। ਦੋਰ ਅਸਨ ਸਦਨ ਦੇ ਅਚੁਕੈ ਇਸ ਪ੍ਰਕਾਰ ਮਾਤਾ ਜੀ ਦੇ ਕੋਲੋਂ ਘਰ ਦੇ ਵਿੱਚ ਬੈਠ ਕੇ ਕੁਝ ਛਕ ਛਕਾ ਕੇ ਮਿਲੇ ਮਾਲ ਜਹਦਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਮਿਲੇ ਜਿੱਥੇ ਬਹੁਤੇ ਬਾਲਕ ਸਨ। ਅਦੂ ਪਰ ਕੜਕ ਕਿੰਨੀ ਕਿੰਕਰੀ ਸਤਿਗੁਰੂ ਜੀ ਦੇ ਪੈਰਾਂ ਦੇ ਵਿੱਚ ਪਾਏ ਹੋਏ ਪੌਂਟੇ ਔਰ ਲੱਕ ਦੇ ਉੱਤੇ ਜਿਹੜੀ ਕਿੰਕਣੀ ਤੜਾਗੀ ਹੈ, ਉਹ ਸ਼ਬਦ ਵਿਸਾਲ ਘੁੰਗਰੂਆਂ ਦੇ ਖੜਕਣ ਦੇ ਨਾਲ ਸੁੰਦਰ ਜਿਹੜਾ ਵਿਸਾਲ ਬੜੀ ਸੋਹਣੀ ਆਵਾਜ਼ ਹੁੰਦੀ ਹੈ। ਕਉ ਪਈ ਵਿਚਰੈ ਕੇਲਨ ਮੈਂ ਪ੍ਰੇਮ ਅਨੁਰਾਗੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਖੇਡ ਵਿੱਚ ਪਰਚ ਗਏ। ਭਾਗੇ ਭਾਗੈ ਬਾਲ ਸੁਭਾਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਭਜਦੇ ਦੌੜਦੇ ਆ ਤੇ ਜਿਹੜੇ ਹੋਰ ਉਹਨਾਂ ਦੇ ਨਾਲ ਵੱਡਿਆਂ ਭਾਗਾਂ ਵਾਲੇ ਬਾਲਕ ਜਿਨ੍ਹਾਂ ਨੂੰ ਸਤਿਗੁਰੂ ਨਾਲ ਖੇਡਣ ਦਾ ਸਮਾਂ ਮਿਲਿਆ ਉਹ ਵੀ ਦੌੜਦੇ ਭਜਦੇ ਹਨ। ਤਿਤ ਹੋਵਤ ਤਿਤ ਹੋਵੈ ਜੇ ਸਾਰੇ ਸਤਿਗੁਰੂ ਜੀ ਖੜ ਜਾਂਦੇ ਆ, ਰੁਕ ਜਾਂਦੇ ਆ, ਬੈਠ ਜਾਂਦੇ ਆ ਤੇ ਸਾਰੇ ਖੜ ਬੈਠ ਜਾਂਦੇ ਹਨ। ਬੈਸੈ ਬੈਸੁਦਾਏ ਇੱਕ ਜੇ ਬਾਰੇ ਸਤਿਗੁਰੂ ਜੀ ਬੈਠ ਜਾਂਦੇ ਆ ਤੇ ਇੱਕੇ ਵਾਰ ਸਾਰੇ ਉਹਨਾਂ ਦੇ ਨਾਲ ਬੈਠ ਜਾਂਦੇ ਹਨ। ਨਾਨਕ ਆਨੰਦ ਪਰੈ ਫਿਰ ਕਹਾਣੀ ਉਹਨਾਂ ਨੂੰ ਬਿਠਾ ਕੇ ਸਤਿਗੁਰੂ ਨਾਨਕ ਦੇਵ ਜੀ ਬਾਲ ਅਵਸਥਾ ਵਿੱਚ ਕੋਈ ਨਾ ਕੋਈ ਪ੍ਰੇਰਨਾਦਾਇਕ ਕਥਾ ਕਹਾਣੀ ਸੁਣਾਉਂਦੇ ਹਨ। ਭਗਤ ਬੈਰਾਗ ਵਿਖੈ ਜੋ ਸਾਨੀ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੈਰਾਗ ਅਤੇ ਭਗਤੀ ਦੇ ਵਿੱਚ ਲਾਉਣ ਵਾਲੇ ਹਨ, ਸੋ ਇਸ ਪ੍ਰਕਾਰ ਭਗਤੀ ਵਿਰਾਗ ਦੇ ਨਾਲ ਮਿਲੀ ਹੋਈ ਕੋਈ ਨਾ ਕੋਈ ਕਥਾ ਸੁਣਾਉਂਦੇ ਹਨ। ਸ਼੍ਰਵਣ ਮਨਨ ਕਰੈ ਜਿਆਸਾ ਇਹ ਵੱਡਿਆਂ ਭਾਗਾਂ ਵਾਲੇ ਬਾਲਕ ਸ਼੍ਰਵਣ ਸੁਣਦੇ ਹਨ, ਮੰਨ ਲੈਂਦੇ ਹਨ ਸੁਣ ਕੇ, ਔਰ ਕਰੇ ਨਿਧਿਆਸਾ ਔਰ ਨਿਧਿਆਸਨ ਕਰਦੇ ਹਨ, ਜੀਵਨ ਵਿੱਚ ਅਪਣਾ ਲੈਂਦੇ ਹਨ। ਔਰ ਸੁਣਨੇ ਕੀ ਵਧੈ ਪਿਆਸਾ ਔਰ ਫਿਰ ਹੋਰ ਸੁਣਨ ਦੀ ਇਹਨਾਂ ਦੇ ਮਨ ਵਿੱਚ ਪਿਆਸ ਵੱਧਦੀ ਹੈ। ਮੇਰਾ ਸੁਗੰਧ ਬਦਨ ਅਰਜਿੰਦਾ ਸਤਿਗੁਰੂ ਜੀ ਦੀ ਗਿਰਾ ਜਿਹੜੀ ਬਾਣੀ ਹੈ ਉਹ ਬੜੀ ਸਾਧ ਸੰਗਤ ਜੀ ਸੁੰਦਰ ਹੈ, ਬੜੀ ਸੁਰੀਲੀ ਹੈ ਔਰ ਸੁਗੰਧ ਬਦਨ ਅਰਵਿੰਦਾ ਉਹਨਾਂ ਦੇ ਇਉਂ ਹੈ ਵੀ ਜਿਵੇਂ ਕਮਲ ਦੇ ਵਿੱਚੋਂ ਸੁਗੰਧੀ ਖਿੜਦੀ ਹੁੰਦੀ ਹੈ, ਉਹ ਸਤਿਗੁਰੂ ਦੇ ਮੁਖੋਂ ਸੁੰਦਰ ਬਾਣੀ ਖਿੜਦੀ ਹੈ। ਜੁਗਤ ਜੁਗਤ ਸੁੰਦਰ ਮਕਰੰਦਾ ਜਿਵੇਂ ਸਾਧ ਸੰਗਤ ਜੀ ਜੁੜ ਜੁੜ ਕੇ ਭੌਰੇ ਫੁੱਲਾਂ ਦੇ ਵਿੱਚੋਂ ਰਸ ਚੂਸਦੇ ਹਨ। ਬਾਲ ਬ੍ਰਿੰਦ ਸਮ ਭਏ ਨਿਰੰਦਾ ਇਹ ਜਿਹੜੇ ਬਾਲ ਬ੍ਰਿੰਦ ਸਾਰੇ ਬਾਲਕ ਹੈ ਇਹ ਭੌਰਿਆਂ ਵਾਂਗੂ ਸਤਿਗੁਰੂ ਜੀ ਦੇ ਬਚਨਾਂ ਦਾ ਰਸ ਲੈਂਦੇ ਹਨ। ਸ਼੍ਰਵਣ ਪੈ ਕਰੇ ਅਗਾਤ ਆਨੰਦਾ ਔਰ ਸਰਵਣ ਰੂਪੀ ਸਾਧ ਸੰਗਤ ਜੀ ਪੈ ਕਰਦੇ ਆ ਛਕਣਾ ਕੰਨਾਂ ਦੇ ਨਾਲ ਬਚਨ ਜਿਹੜੇ ਅੰਦਰ ਲੈ ਜਾਂਦੇ ਆ ਉਹ ਅੰਦਰ ਲਿਜਾ ਕੇ ਕੰਨਾਂ ਦੇ ਰਾਹੀਂ ਸਤਿਗੁਰੂ ਜੀ ਦੇ ਬਚਨਾਂ ਨੂੰ ਅਗਾਧ ਆਨੰਦ ਪੈਦਾ ਕਰਦੇ ਹਨ। ਦੋਲਾ ਆਵਦ ਜਾਵਤ ਮਨ ਜੁਗ ਇਸ ਪ੍ਰਕਾਰ ਆਉਂਦੇ ਜਾਂਦੇ ਜਿਹੜੇ ਮਨੁੱਖ ਹਨ ਸੁਨਤ ਕਾਂਡ ਹੋਏ ਜਾਏ ਉਹ ਵੀ ਜਦੋਂ ਕੋਈ ਕੋਲੋਂ ਲੰਘਦਾ ਸੁਣ ਕੇ ਖੜ ਜਾਂਦਾ ਹੈ। ਪੰਡਤ ਸੇ ਮਦਰੈ ਲਗੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਕੋਈ ਵਿਦਵਾਨ ਪੰਡਤ ਕਥਾ ਕਰਦਾ ਹੁੰਦਾ ਨਾ ਇਹ ਉਹਨਾਂ ਦੇ ਵਚਨ ਬਹੁਤ ਮਿੱਠੇ ਲੱਗਦੇ ਹਨ। ਕੀਰਤ ਬਦਨ ਔਰ ਜਦੋਂ ਅਰਾਏ ਸਤਿਗੁਰੂ ਜੀ ਵਾਹਿਗੁਰੂ ਦੀ ਉਸਤਤ ਆਪਣੇ ਮੁਖਾਰਬਿੰਦ ਤੋਂ ਕਰਦੇ ਹਨ ਕਉ ਪਈ ਇਹ ਬਾਲਕ ਕੈਸੇ ਮਜ ਬੋਲੇ ਲੋਕ ਹੈਰਾਨ ਹੁੰਦੇ ਆ ਵੀ ਇਹ ਬਾਲਕ ਕੈਸੇ ਵਚਨ ਬੋਲਦਾ ਹੈ। ਬਾਲ ਵੈਸੇ ਬੋਲੇ ਉਮਰ ਬੋਲੇ ਇਹਨਾਂ ਦੀ ਬਾਲਕਾਂ ਵਾਲੀ ਹੈ ਪਰ ਵਚਨ ਬੜੇ ਅਮੋਲਕ ਹਨ। ਚੰਦਨ ਬਦਨ ਤੇ ਸੁਦਾ ਸੁਮਾਨੀ ਇਹਨਾਂ ਦਾ ਜਿਹੜਾ ਚੰਦਰਮਾ ਵਰਗਾ ਮੁਖ ਹੈ ਉਹਦੇ ਵਿੱਚੋਂ ਅੰਮ੍ਰਿਤ ਵਰਗੀ ਬਾਣੀ ਬੋਲਦੇ ਹਨ। ਸੁਤ ਦਰ ਪਾਨ
ਬੋਲਤ ਬਾਣੀ। ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵਚਨਾਂ ਨੂੰ ਕੰਨਾਂ ਰਾਹੀਂ ਪੀਂਦੇ ਆ ਬਾਲਕ, ਜਿਹੜੇ ਸੁਣਨ ਵਾਲੇ ਕੰਨਾਂ ਰਾਹੀਂ ਅੰਦਰ ਲਿਜਾਂਦੇ ਹਨ। ਲਗੀ ਸੁਤਨ ਕੀ ਪ੍ਰੀਤ ਕਨੇਰੀ। ਇਸ ਪ੍ਰਕਾਰ ਬੱਚਿਆਂ ਦਾ ਬਹੁਤ ਪ੍ਰੇਮ ਸਤਿਗੁਰੂ ਨਾਲ ਲੱਗ ਗਿਆ। ਸੰਗ ਨ ਤਰੇ ਰਹੇ ਮੁਖੇਰੀ। ਸੰਗ ਨਹੀਂ ਤੱਕਦੇ, ਸਾਥ ਨਹੀਂ ਛੱਡਦੇ, ਸਤਿਗੁਰੂ ਜੀ ਦੇ ਮੁਖ ਵੱਲ ਤੱਕਦੇ ਰਹਿੰਦੇ ਹਨ। ਸਦਨ ਆਏ ਜਗ ਦੀਨਾ ਨਾਥੂ। ਜਦੋਂ ਦੀਨਾਂ ਦੇ ਨਾਲ ਦੁਖੀਆਂ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਘਰ ਆਏ, ਸਿਸ ਨੇ ਤਰੇ ਰਹੇ ਤ ਸਾਧੂ। ਬਾਲਕ ਫਿਰ ਵੀ ਖਹਿੜਾ ਨਹੀਂ ਛੱਡਦੇ, ਘਰੇ ਵੀ ਆ ਕੇ ਉਹਨਾਂ ਦੇ ਨਾਲ ਹੀ ਰਹਿੰਦੇ ਹਨ। ਬਾਰ ਤੱਕ ਸੰਗ ਸਦਾ ਜੇ ਰਹੇ। ਬਾਹਰ ਨੂੰ ਜਾਂਦੇ ਆ ਫਿਰ ਉਹਨਾਂ ਦੇ ਸੰਗ ਉਹਨਾਂ ਦੇ ਨਾਲ ਹੀ ਤੁਰਦੇ ਹਨ। ਇਸ ਵੇਲੇ ਨਿਤ ਪ੍ਰਭ ਸੁਖਦ ਪਿਆਰ ਹੈ। ਕਿਉਂ ਸਾਧ ਸੰਗਤ ਜੀ ਨਿੱਤਾ ਪ੍ਰਤੀ ਬੜੇ ਸੁੱਖ ਦੇ ਨਾਲ ਸਮਾਂ ਬਤੀਤ ਹੋ ਰਿਹਾ ਹੈ। ਸਵਾਸ ਵਿਵਾਸ ਸ਼ਮੋਚ ਦਬਾਲਾ। ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਬੜੇ ਸਵਾਚ ਵਚਨ ਬੋਲਦੇ ਆ, ਬੜੇ ਪਵਿੱਤਰ ਵਚਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਾਧ ਸੰਗਤ ਜੀ ਮਨ ਨੂੰ ਮੁਕਤੀ ਦੇ ਲਾਇਕ ਬਣਾਉਣ ਵਾਲੇ ਹਨ। ਕਰੇ ਕਰੇ ਜੋ ਦੀਨ ਦਿਆਲਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀਨਾਂ ਦੇ ਉੱਤੇ ਦਿਆਲਤਾ ਕਿਰਪਾਲਤਾ ਕਰਨ ਵਾਲੇ। ਦੋਹਰਾ ਲੀਲਾ ਬਾਲਕ ਖੇਰਤੀ। ਬਾਲ ਲੀਲਾ ਜਿਹੜੀ ਹੈ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਪਨ ਦੇ ਕੌਤਕ ਹਨ। ਸੰਕਾਰ ਸਬਲਾਸਾ। ਵਿਲਾਸਾਂ ਦੇ ਸਹਿਤ, ਕੌਤਕਾਂ ਦੇ ਸਹਿਤ ਕਵੀ ਜੀ ਕਹਿੰਦੇ ਮੈਂ ਅਲੰਕਾਰਾਂ ਦੇ ਵਿੱਚ ਉਦਾਹਰਨਾਂ ਦੇ ਦੇ ਕੇ ਵਰਣਨ ਕੀਤੀ ਹੈ। ਜੋ ਸਿਧ ਕਰਹੀ ਧਿਆਨ ਕੋ। ਜਿਹੜਾ ਵੀ ਧਿਆਨ ਦੇ ਨਾਲ ਧਿਆਨ ਧਾਰ ਕੇ ਸਤਿਗੁਰੂ ਜੀ ਦਾ ਦੇ ਸਤਿਗੁਰ ਸੁਖਰਾਸ। ਇਹ ਗੁਰੂ ਦੀ ਕਥਾ ਸੁਣੇਗਾ ਨਾ ਭਾਈ, ਕਵੀ ਜੀ ਕਹਿੰਦੇ ਔਰ ਭਾਈ ਬਾਲਾ ਜੀ ਸੰਗਤ ਨੂੰ ਸਤਿਗੁਰਾਂ ਨੂੰ ਕਥਾ ਸੁਣਾਉਂਦੇ ਹੋਏ ਕਹਿ ਰਹੇ ਹਨ ਕਿ ਦੇ ਸਤਿਗੁਰ ਸੁਖਰਾਸ। ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸਾਰੇ ਸੁੱਖਾਂ ਦੇ ਖਜ਼ਾਨੇ ਬਖਸ਼ ਦੇਣਗੇ। ਸੋ ਇੱਥੇ ਇਸ ਅਧਿਆਇ ਦੀ 5ਵੀਂ ਦੀ ਸਮਾਪਤੀ ਹੈ।